बहुत सारे केस होए, बहुत सारिया मार कुटाइयां हुई। प्रशासन ने किते ना किते केस दर्ज किए, लोगों ने धरने लाए, पर जो गृह मंत्रालय तो कुछ भी ना संभलिया तो फिर पंजाब एंड हरियाणा हाई कोर्ट ने CBI ਨੂੰ ਜਿਹੜਾ ਇਹ ਕੇਸ ਹੈ ਉਹਦੇ ਦਿੱਤਾ ਹੈ। ਲਗਾਤਾਰ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਕੀਤਾ ਜਾ ਰਿਹਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਤੇ ਦੋਸ਼ ਲੱਗਦਾ ਕਿ ਉਹ ਲੋਕਾਂ ਨੂੰ ਨਹੀਂ ਮਿਲਦੇ, ਆਪਦੇ ਕਿੰਨੇ ਕੁ ਲੋਕਾਂ ਨੂੰ ਰੋਜ਼ ਮਿਲਦੇ ਆ ਤੇ ਇੱਕ ਹਫ਼ਤੇ ਦੇ ਵਿੱਚ 5-4 ਬੰਦਿਆਂ ਨਾਲ ਗੱਲ ਕਰ ਲੈਂਦੇ ਨੇ, ਆਪਣੇ MLA ਨੂੰ ਆਪਣੇ ਮੰਤਰੀਆਂ ਨੂੰ ਨਹੀਂ ਮਿਲਦੇ ਹੈਗੇ। ਅੱਜ ਜਿਹੜੀਆਂ ਨਵਜੋਤ ਸਿੱਧੂ ਨੇ ਗੱਲਾਂ ਕੀਤੀਆਂ ਸੀ ਲੋਕਾਂ ਨੂੰ ਸਹੀ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਦੋ ਹੀ ਗੱਲਾਂ ਉਹਨਾਂ ਨੇ ਕੀਆਂ ਸੀ ਵੀ ਕਿ ਤਾਂ ਖਨਨ ਮਾਮਲੇ ਦੇ ਵਿੱਚ ਇੱਕ ਠੋਸ ਨੀਤੀ ਤੇਲੰਗਾਨਾ ਵਰਗੀ ਬਣਾ ਲਈ ਜਾਵੇ। ਦੂਜਾ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਸ਼ਰਾਬ ਦੇ ਵਿੱਚ 3 ਸਾਲਾਂ ਦੇ ਵਿੱਚ ਦੁੱਲੋ ਸਾਹਿਬ ਜਾਂ ਬਾਜਵਾ ਸਾਹਿਬ ਦੋਸ਼ ਲਾ ਰਹੇ ਨੇ ਵੀ 2700 ਕਰੋੜ ਦਾ ਚੂਨਾ ਲੱਗ ਗਿਆ ਸਰਕਾਰ ਨੂੰ, ਪੰਜਾਬ ਦੀ ਨੂੰ। ਉਹ ਪੰਜਾਬ ਦਾ ਜੇ 2700 ਕਰੋੜ ਚੂਨਾ ਲੱਗਿਆ, ਇੱਥੇ ਵੀ ਕਾਰਪੋਰੇਸ਼ਨ ਬਣਾ ਦਿੱਤੀ ਜਾਵੇ, ਨਿਗਮ ਬਣਾ ਦਿੱਤੀ ਜਾਵੇ, ਸਰਕਾਰੀ ਠੇਕੇ ਹੋਣ ਤਾਂ ਕਮਾਈ ਜਿਹੜੀ ਆ ਸਰਕਾਰੀ ਖਜ਼ਾਨੇ ਵਿੱਚ ਜਾਵੇ। ਕਲੰਕ ਇੱਕ ਉਹ ਤਾਂ ਫੇਰ ਆ ਨਾ, ਕਲੰਕ ਤੇ ਕਲੰਕ ਚੜਿਆ ਪਿਆ ਜੀ। ਇਹ ਕੀ ਕਹਿੰਦੇ ਆ ਕੱਦੇ ਕਲੰਕ ਨੂੰ? ਕੋਈ ਲੀਡਰ ਜ਼ਿੰਮੇਵਾਰ ਨਹੀਂ, ਅਸੀਂ ਜ਼ਿੰਮੇਵਾਰ ਹਾਂ। ਇਹਨਾਂ ਦੀ ਤਾਂ ਸਰ ਵਾਰੀਆਂ ਬੰਨੀਆਂ ਹੋਈਆਂ ਨੇ, ਕਿਉਂ ਅਸੀਂ ਚੁਗਨੇ ਇਹਨਾਂ ਨੂੰ ਵਾਰ-ਵਾਰ? ਧਰਮ ਦੇ ਨਾਂ ਤੇ ਅਸੀਂ ਲੁੱਟੇ ਗਏ, ਲੀਡਰਾਂ ਨੇ ਸਾਨੂੰ ਲੁੱਟ ਲਿਆ। ਸਰ ਸਾਨੂੰ ਸੁਚੇਤ ਹੋਣਾ ਪਏਗਾ, ਤਾਂ ਹੀ ਅਸੀਂ ਬਚਾਂਗੇ। ਸਾਨੂੰ ਕਿਸੇ ਭਗਵੰਤ ਮਾਨ ਰਾਣੀ ਬਚਾਉਣਾ, ਅਸੀਂ ਆਪਣੇ ਆਪ ਨੂੰ ਆਪੇ ਹੀ ਬਚਾਉਣਾ ਹੈ। ਦੁੱਲੋ ਸਾਹਿਬ ਤੇ ਬਾਜਵਾ ਸਾਹਿਬ ਨੇ ਇੱਕ ਹੋਰ ਬਹੁਤ ਵੱਡਾ ਇਲਜ਼ਾਮ ਲਾਇਆ ਕਿ ਸਾਨੂੰ ਤਾਂ ਇਉਂ ਲੱਗਦਾ ਕਿ ਜਿੱਥੇ ਮੁੱਖ ਮੰਤਰੀ ਤੇ ਪ੍ਰਧਾਨ ਅਤੇ ਕਾਂਗਰਸ ਦੇ ਮਾਮਲਿਆਂ ਬਾਰੇ ਜਿਹੜੀ ਬੀਬੀ ਆਸ਼ਾ ਕੁਮਾਰੀ ਹੈ, ਇਹ ਸਾਰੇ ਮਿਲੇ ਹੋਏ ਨੇ। ਇਹਨਾਂ ਨੇ ਕੋਈ ਸਹੀ ਰਿਪੋਰਟ ਕਾਂਗਰਸ ਹਾਈ ਕਮਾਂਡ ਕੋਲੇ ਨਹੀਂ ਪਹੁੰਚਾਉਣੀ। ਜਿਹੜੀ ਇਨਕੁਆਇਰੀ ਕਰੀਏ ਉਹਦੇ ਵਿੱਚ ਇੱਕ ਵੱਡਾ ਪਰਿਵਾਰ ਸੀਗਾ, 10 ਸਾਲ ਤਾਂ ਉਹ ਜੋਗ ਵਾਂਗੂ ਚਿਮੜਿਆ ਰਿਹਾ ਜੀ ਪੰਜਾਬ ਨੂੰ, ਉਹ ਚੂਸ ਗਿਆ ਸਾਰਾ ਖੂਨ ਪੰਜਾਬ ਦਾ ਜੀ। ਉਸ ਤੋਂ ਬਾਅਦ ਹੁਣ 3.5 ਸਾਲ ਤੋਂ ਬਾਅਦ ਇਹ ਇੱਕ 81 ਬੰਦਾ ਬਿਠਾ ਕੇ ਲਿਆ ਕੇ ਸਾਡੇ ਉੱਤੇ ਜੀ। ਇਹ ਬੰਦਾ ਪਹਿਲਾਂ ਪਟਿਆਲੇ ਦੇ ਮਹਿਕਮੇ ਤੋਂ ਨਿਕਲਿਆ, ਫਿਰ ਚੰਡੀਗੜ੍ਹ ਸਰਕਾਰੀ ਕੋਠੀ ਤੋਂ ਨਿਕਲ ਕੇ ਹੁਣ ਪ੍ਰਾਈਵੇਟ ਇਹ ਕਿੱਧਰੇ ਰਹਿ ਰਿਹਾ। ਇਹਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਹੈ ਜੀ। ਜਿੱਦਾਂ ਫੇਸ ਤੋਂ ਲੱਗਦੇ ਆ ਤਾਂ ਜਾਂ ਜਿੰਨੀ ਇਹਨਾਂ ਦੇ ਕੋਲ ਪ੍ਰਾਪਰਟੀ ਆ ਰਾਜਾ ਸਾਹਿਬ ਦੇ ਕੋਲ ਜਾਂ ਬਾਦਲਾਂ ਕੋਲ ਜਾਂ ਬਾਕੀ ਮਿਨਿਸਟਰਾਂ ਦੇ ਕੋਲ, ਯਾਰ ਇਹ ਲੱਗਦੇ ਨੇ ਤੇ ਹੈਨੀ ਭੁੱਖ ਨੰਗ ਦੇ ਮਾਰਿਓ ਆ ਵੀ ਜਿੰਨੀ ਇਹ ਹਰ ਗੱਲ ਦੇ ਉੱਤੇ ਕਰਪਸ਼ਨ ਸਾਡਾ ਹੀ ਬਣ ਜਵੇ, ਸਾਡਾ ਹੀ ਬਣ ਜਵੇ। ਯਾਰ ਇਹ ਜਾਂ ਤਾਂ ਅਸੀਂ ਚੁਣਨੇ ਵਾਲੇ ਬੜੇ ਨਿਕੰਮੇ ਆ ਤੇ ਜਾਂ ਇਹਨਾਂ ਨੂੰ ਰੱਜ ਹੈ ਨਹੀਂ, ਪਰ ਇਹਨਾਂ ਦੇ ਫੇਸ ਸ਼ਕਲਾਂ ਦੇਖ ਕੇ ਤਾਂ ਇਹ ਬਹੁਤ ਰਜਵਾੜੇ ਲੱਗਦੇ ਆ। ਤਾਂ ਕੰਮ ਇੱਦਾਂ ਦੇ ਨਿਕੰਮੇ ਕਰਦੇ ਹਨ ਬਈ ਹਰ ਚੀਜ਼ ਦੇ ਵਿੱਚ ਹੇਰਾ ਫੇਰੀ, ਹਰ ਗੱਲ ਦੇ ਵਿੱਚ ਹੇਰਾ ਫੇਰੀ। ਜਦੋਂ ਇਹ ਜ਼ਿਆਦਾ ਲੁੱਟ ਮਚਾ ਦਿੰਦੇ ਨਾ ਜੀ, ਉਦੋਂ ਫਿਰ ਰੌਲਾ ਪੈ ਜਾਂਦਾ। ਜਦੋਂ ਰੌਲਾ ਪੈ ਜਾਂਦਾ ਫਿਰ ਖਾਲਿਸਤਾਨ ਦੇ ਝੰਡੇ ਆ ਜਾਂਦੇ ਆ ਜੀ, ਫਿਰ ਟਰੈਕਟਰ ਦੇ ਪੋਸਟਰ ਲੱਗ ਜਾਂਦੇ ਆ ਜੀ ਲੋਕਾਂ ਦਾ ਧਿਆਨ ਘਮਾਉਣ ਵਾਸਤੇ। ਜਿਵੇਂ ਹੁਣ 120 ਬੰਦਾ ਮਰ ਗਿਆ, ਉਹਦੇ ਧਿਆਨ ਘਮਾਉਣ ਵਾਸਤੇ ਖਾਲਿਸਤਾਨ ਦੇ ਝੰਡੇ ਲੱਗੇ ਜੀ। ਬਹੁਤ ਬੁਰਾ ਹਾਲ ਹੋ ਗਿਆ। ਖਾਲਿਸਤਾਨ ਆ ਗਿਆ ਜੀ, ਬਸ ਮੋਗੇ ਤਾਂ ਪਹੁੰਚ ਗਿਆ, ਜਹਾਜ਼ ਉਤਰ ਗਿਆ ਜੀ। ਫਟਾਫਟ ਕਹਿੰਦੇ ਹੁਣ ਜਥੇਦਾਰ ਨੂੰ ਗੋਲੀ ਮਾਰ ਦਿਓ ਜੀ। ਵੀ ਬਦਬਦ ਸਾਰੇ ਲੋਕਾਂ ਨੂੰ ਬਦਨਾਮ ਕਰਕੇ ਆਪਣਾ ਰਾਜ ਕਰਦੇ ਨੇ ਸਰ। ਤੇ ਲੋਕਾਂ ਨੂੰ ਲੜ ਰਹਿਣਾ ਚਾਹੀਦਾ ਪਿੰਡਾਂ ਦੇ ਵਿੱਚ। ਤੇ ਜਦੋਂ ਕੋਈ ਖਾਲਿਸਤਾਨ ਦਾ ਝੰਡਾ ਚੜਾਉਣਾ ਉਹਨਾਂ ਨੂੰ ਢਾਹ ਨੂੰ ਫੜ ਕੇ, ਉਹ ਸਾਰੇ ਬੰਦੇ ਇਹਨਾਂ ਦੇ ਹੀ ਨੇ। ਜਗਦੀਸ਼ ਟਾਈਟਲ ਦਾ ਪੰਜਾਬ ਨਾਲ ਕੀ ਸੰਬੰਧ ਹੈ? ਜਿਹੜੀ ਸਾਡੇ ਕਾਲਰ ਸਾਹਿਬਾਨ ਨੇ ਗੱਲ ਕੀਤੀ ਕਿ ਜਦੋਂ ਕੋਈ ਮੁੱਦਾ ਭਾਰੂ ਹੋ ਜਾਵੇ, ਇਹ ਸਰਕਾਰੀ ਏਜੰਸੀਆਂ ਉਹ ਮੁੱਦੇ ਤੋਂ ਧਿਆਨ ਹਟਾਉਣ ਦੀ ਖਾਤਰ ਇੱਕ ਨਵਾਂ ਮੁੱਦਾ ਪੈਦਾ ਕਰ ਦਿੰਦੀਆਂ। ਕਦੇ ਖਾਲਿਸਤਾਨ ਦੇ ਝੰਡੇ ਆ ਜਾਂਦੇ ਨੇ। ਜੇ ਮਾਨਯੋਗ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਖਾਲਿਸਤਾਨ ਦੀ ਮੰਗ ਕਰਨਾ ਕੋਈ ਗੈਰ ਕਾਨੂੰਨੀ ਨਹੀਂ, ਇਹਨਾਂ ਨੂੰ ਅਸੀਂ ਬਾਰ-ਬਾਰ ਤੂਲ ਕਿਉਂ ਦੇ ਰਹੇ ਹਾਂ? ਸਿੱਧੂ ਸਾਹਿਬ ਇਹ ਰੌਲਾ ਪਾਉਂਦੇ ਰਹੇ ਕਿ ਤੇਲੰਗਾਨਾ ਵਾਲੀ ਪਾਲਿਸੀ ਲਿਆਓ। ਇਹ ਕੈਪਟਨ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਕਿ ਕਿਉਂ ਨਹੀਂ ਲਿਆਂਦੀ ਤੁਸੀਂ ਉਹ ਪਾਲਿਸੀ। ਸਤਿ ਸ਼੍ਰੀ ਅਕਾਲ ਜੀ, ਮੈਂ ਨਵਦੀਪ ਧਾਲੀਵਾਲ। ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼। ਇਹ ਉਹ ਪ੍ਰੋਗਰਾਮ ਹੈ ਜਿਹੜਾ ਹੁੰਦਾ ਜੀ ਲਾਈਵ। ਹਫਤੇ ਦੇ ਵਿੱਚ ਅਸੀਂ ਤੁਹਾਡੇ ਨਾਲ 2 ਵਾਰ ਬਣਾਉਂਦੇ ਹਾਂ ਰਾਬਤਾ, ਤੇ ਤੁਸੀਂ ਵੀ ਸਾਨੂੰ ਕਰਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਡਾਇਰੈਕਟ ਕਾਲ, ਕਿਉਂਕਿ ਪ੍ਰੋਗਰਾਮ ਹੀ ਅਸੀਂ ਤੁਹਾਡੇ ਲਈ ਖਾਸ ਕਰਕੇ ਰੱਖਿਆ ਹੋਇਆ ਕਿਉਂਕਿ ਕਈ ਖਬਰਾਂ ਅਸੀਂ ਲੈ ਕੇ ਆਉਂਦੇ ਹਾਂ ਤੇ ਉਹਨਾਂ ਖਬਰਾਂ ਤੇ ਹੀ ਤੁਸੀਂ ਸਾਡੇ ਨਾਲ ਆਪਣਾ ਰਾਬਤਾ ਬਣਾਉਂਦੇ ਹੋ। ਆਪਣੀ ਗੱਲ ਹੈ ਜਿਹੜੀ ਉਸ ਪ੍ਰੋਗਰਾਮ ਦੇ ਵਿੱਚ ਬੇਬਾਕੀ ਦੇ ਨਾਲ ਕਹਿ ਸਕਦੇ ਹੋ। ਇਸੇ ਲਈ ਅਸੀਂ ਕੁਝ ਖਾਸ ਜਿਹੜੇ ਲਾਈਵ ਪ੍ਰੋਗਰਾਮ ਨੇ ਉਹ ਆਪਣੇ ਦਰਸ਼ਕਾਂ ਦੇ ਲਈ ਰੱਖੇ ਹੋਏ ਨੇ ਤਾਂ ਕਿ ਉਹ ਆਪਣੇ ਮਨ ਦੀ ਭੜਾਸ ਕੱਢ ਸਕਣ ਤੇ ਨਾਲ ਜਿਹੜੇ ਵੀ ਉਹਨਾਂ ਦੇ ਮਨ ਦੇ ਵਿੱਚ ਕਿਸੇ ਰਾਜਨੀਤਿਕ ਹਿੱਤੇ ਨੂੰ ਲੈ ਕੇ ਕੋਈ ਗੱਲ ਆਉਂਦੀ ਹੈ ਜਾਂ ਫਿਰ ਆਪਣੇ ਕਿਸੇ ਸਮਾਜ ਦੇ ਨਾਲ ਰਿਲੇਟਡ ਕੁਝ ਗੱਲਾਂ ਹੁੰਦੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਕਹਿ ਸਕਣ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਉਹ ਹੋ ਚੁੱਕੀ ਹੈ ਜੀ। ਲਗਾਤਾਰ ਨੰਬਰ ਨੇ ਜਿਹੜੇ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਸਾਡੇ ਨਾਲ ਪੰਜਾਬ ਦੇ ਵਿੱਚੋਂ, ਭਾਰਤ ਦੇ ਵਿੱਚੋਂ ਜਾਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਬੈਠੇ ਹੋ
ਸਾਡੇ ਨਾਲ ਡਾਇਰੈਕਟ ਪਟਿਆਲਾ ਸਟੂਡੀਓ ਦੇ ਵਿੱਚ ਆਪਣਾ ਰਾਬਤਾ ਜਿਹੜਾ ਉਹ ਬਣਾ ਸਕਦੇ ਹੋ। ਸੋ ਇਸ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ 3-4 ਜਿਹੜੀਆਂ ਖਬਰਾਂ ਨੇ ਉਹ ਅਹਿਮ ਰਹਿਣਗੀਆਂ, ਜਿਨ੍ਹਾਂ ਦੇ ਵਿੱਚ ਪਹਿਲੀ ਖਬਰ ਹੋਏਗੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਤੇ ਕੁਝ ਹੋਰ ਖਬਰਾਂ ਵੀ ਰਹਿਣਗੀਆਂ, ਉਹ ਨਾਲ ਆਪਾਂ ਤੁਹਾਨੂੰ ਦੱਸਦੇ ਜਾਵਾਂਗੇ। ਸੋ ਪ੍ਰੋਗਰਾਮ ਦੀ ਸ਼ੁਰੂਆਤ ਤੇ ਸਵਾਲਾਂ ਦੇ ਜਵਾਬ ਤੋਂ ਪਹਿਲਾਂ ਹੀ ਆਪਾਂ ਜਸਪਾਲ ਸਿੰਘ ਢਿੱਲੋਂ ਜੀ ਦਾ ਵੀ ਸਵਾਗਤ ਕਰ ਲੈਂਦੇ ਹਾਂ ਤੇ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰ ਲੈਂਦੇ ਹਾਂ। ਢਿੱਲੋਂ ਸਾਹਿਬ, ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਜੀ। ਤੇ ਦਰਸ਼ਕਾਂ ਨੂੰ ਵੈਸੇ ਪਤਾ ਹੀ ਹੈ, ਪਰ ਫਿਰ ਵੀ ਮੈਂ ਹਮੇਸ਼ਾ ਆਪਣਾ ਫਰਜ਼ ਸਮਝਦੀ ਹਾਂ ਕਿਉਂਕਿ ਕੁਝ ਦਰਸ਼ਕ ਸਾਡੇ ਨਾਲ ਨਵੇਂ ਜੁੜੇ ਹੁੰਦੇ ਨੇ ਕਿ ਜਸਪਾਲ ਸਿੰਘ ਢਿੱਲੋਂ ਉਹ ਸ਼ਖਸੀਅਤ ਨੇ ਜਿਹੜੇ ਕਿ ਬਹੁਤ ਹੀ ਵਧੀਆ ਸਲੀਕੇ ਦੇ ਨਾਲ ਦਰਸ਼ਕਾਂ ਦੇ ਸਨਮੁਖ ਖਬਰ ਨੂੰ ਪੇਸ਼ ਕਰਦੇ ਨੇ, ਫੀਲਡ ਦੇ ਵਿੱਚ ਰਹਿੰਦੇ ਨੇ, ਹਰ ਖਬਰ ਨੂੰ ਬੜੇ ਹੀ ਸੋਹਣੇ ਤਰੀਕੇ ਨਾਲ ਘੋਖ ਕੇ ਦਰਸ਼ਕਾਂ ਨੂੰ ਦੱਸਦੇ ਨੇ ਕਿ ਕੀ ਸੀ, ਕਿਉਂ ਸੀ ਤੇ ਕਿਵੇਂ ਹੋਇਆ। ਸੋ ਜਿਹੜੇ ਕਾਲਰਸ ਨੇ ਉਹਨਾਂ ਨੂੰ ਇੱਕ ਬੇਨਤੀ ਸਟਾਰਟਿੰਗ ਦੇ ਵਿੱਚ ਹੀ ਕਰ ਦੇਵਾਂ, ਜਦੋਂ ਵੀ ਤੁਸੀਂ ਕਾਲ ਕਰਨੀ ਹੈ ਜੀ ਆਪਣੇ ਟੈਲੀਵਿਜ਼ਨ ਦੀ ਆਵਾਜ਼ ਘੱਟ ਰੱਖਣੀ ਹੈ ਤੇ ਗੱਲ ਥੋੜੀ ਜਿਹੀ ਸੰਖੇਪ ਦੇ ਵਿੱਚ ਕਰਨੀ ਹੈ ਕਿਉਂਕਿ ਬਹੁਤ ਕਾਲਰ ਸਾਡੇ ਨਾਲ ਨਵੇਂ ਜੁੜ ਗਏ ਨੇ, ਪਰ ਟਾਈਮ ਸਾਡਾ ਸ਼ੋਅ ਦਾ ਉਹੀ ਹੈ ਤੇ ਉਹਦੇ ਦੇ ਵਿੱਚ ਹੀ ਅਸੀਂ ਵੀ ਗੱਲਾਂ ਕਰਨੀਆਂ ਨੇ ਤੇ ਤੁਸੀਂ ਵੀ ਸਾਡੇ ਨਾਲ ਰਾਬਤਾ ਬਣਾਉਣਾ ਹੈ ਤੇ ਤਾਂ ਕਰਕੇ ਆਪਾਂ ਸਾਰਿਆਂ ਨੂੰ ਬਾਏ ਜਿਹੜਾ ਟਾਈਮ ਹੈ ਉਹ ਵਾਰੀ ਦੇਣਾ। ਤੇ ਹੁਣ ਜਿਹੜਾ ਖਨਨ ਮਾਮਲਾ ਹੈ, ਪਹਿਲਾਂ ਜ਼ਹਿਰੀਲੀ ਸ਼ਰਾਬ ਦਾ ਮਾਮਲਾ ਸੀ, ਬਹੁਤ ਪੱਖਿਆ ਸੀ, ਉਹ ਕਿਤੇ ਨਾ ਕਿਤੇ ਠੰਡੇ ਬਸਤੇ ਦੇ ਵਿੱਚ ਪੈਂਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਉਸ ਦੇ ਨਾਲ ਹੀ ਹੁਣ ਨਾਜਾਇਜ਼ ਜਿਹੜੀ ਮਾਈਨਿੰਗ ਦਾ ਮਾਮਲਾ ਹੈ ਉਹ ਇੱਕ ਵਾਰ ਫਿਰ ਤੋਂ ਖੜਾ ਹੋ ਗਿਆ। ਬੇਸ਼ੱਕ ਪਿਛਲੇ 10 ਸਾਲਾਂ ਦੇ ਦੌਰਾਨ ਇਹ ਸਾਰਾ ਕੁਝ ਚੱਲਦਾ ਆ ਰਿਹਾ ਹੈ, ਬਹੁਤ ਸਾਰੇ ਕੇਸ ਹੋਏ, ਬਹੁਤ ਸਾਰੀਆਂ ਮਾਰ ਕੁਟਾਈਆਂ ਹੋਈਆਂ, ਪ੍ਰਸ਼ਾਸਨ ਨੇ ਕਿਤੇ ਨਾ ਕਿਤੇ ਕੇਸ ਦਰਜ ਕੀਤੇ, ਲੋਕਾਂ ਨੇ ਧਰਨੇ ਲਾਏ, ਪਰ ਜਦੋਂ ਗ੍ਰਹਿ ਮੰਤਰਾਲੇ ਤੋਂ ਕੁਝ ਵੀ ਨਾ ਸੰਭਲਿਆ ਤਾਂ ਫਿਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ CBI ਨੂੰ ਜਿਹੜਾ ਇਹ ਕੇਸ ਹੈ ਉਹ ਦੇ ਦਿੱਤਾ ਹੈ ਤੇ CBI ਹੁਣ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਕੀ ਹੈ, ਕਿਉਂ ਹੈ ਤੇ ਕਿਵੇਂ ਹੈ। ਇਸ ਚੀਜ਼ ਨੂੰ ਲੈ ਕੇ ਹੋਰ ਵਧੇਰੇ ਜਾਣਕਾਰੀ ਦੇ ਲਈ ਅਸੀਂ ਢਿੱਲੋਂ ਸਾਹਿਬ ਨੂੰ ਕਵਾਂਗੇ ਕਿ ਉਹ ਦਰਸ਼ਕਾਂ ਨੂੰ ਦੱਸਣ ਕਿ ਆਖਿਰ ਪੂਰਾ ਮਾਮਲਾ ਕੀ ਹੈ ਤੇ ਕਿੰਨੇ ਕੁ ਸਾਲ ਹੋ ਗਏ ਇਹ ਸਭ ਕੁਝ ਚੱਲਦੇ ਨੂੰ। ਨਵਦੀਪ, ਬਹੁਤ ਹੀ ਗੰਭੀਰ ਮਾਮਲਾ ਹੈ ਜੀ। ਲੰਬੇ ਸਮੇਂ ਤੋਂ ਇਹ ਖਨਨ ਦਾ ਮਾਮਲਾ ਜਿਉਂ ਦੀ ਤਿਉਂ ਹੈ। ਜਿਹੜੇ ਅੱਜ ਸੱਤਾ ਸੰਭਾਲੀ ਬੈਠੇ ਨੇ ਇਹਨਾਂ ਨੇ 10 ਸਾਲ ਇਲਜ਼ਾਮ ਪੁਰਾਣੀ ਅਕਾਲੀ ਭਾਜਪਾ ਸਰਕਾਰ ਤੇ ਲਾਏ ਕਿ ਉਹਨਾਂ ਦੇ ਆਗੂ ਜਿਹੜੇ ਹੈ ਉਹ ਲਗਾਤਾਰ ਖਨਨ ਕਰਾ ਰਹੇ ਨੇ ਜੀ। ਅੱਜ ਉਹ ਲੋਕ ਜਿਹੜੇ ਸੱਤਾ ਤੋਂ ਬਾਹਰ ਨੇ ਉਹ ਇਲਜ਼ਾਮ ਜਿਹੜਾ ਮੌਜੂਦਾ ਸਰਕਾਰ ਤੇ ਲਾ ਰਹੇ ਨੇ ਕਿ ਖਨਨ ਇੱਥੇ ਲਗਾਤਾਰ ਹੋ ਰਹੀ ਹੈ ਤੇ ਹੋ ਵੀ ਰਹੀ ਹੈ। ਕਾਰਨ ਕੀ ਹੈ ਕਿ ਲਗਾਤਾਰ ਜੇ ਖਨਨ ਹੋ ਰਹੀ ਹੈ ਇੱਥੇ ਲਗਾਤਾਰ ਇਹ ਮਾਫੀਆ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਖਜ਼ਾਨੇ ਦੀ ਲੁੱਟ ਕਰ ਰਿਹਾ ਹੈ। ਇਹ ਲੁੱਟ ਪਹਿਲਾਂ ਵੀ ਹੁੰਦੀ ਸੀ ਤੇ ਹੁਣ ਵੀ ਕੀਤੀ ਜਾ ਰਹੀ ਹੈ ਜੀ। ਹੈਰਾਨੀ ਉਸ ਵੇਲੇ ਹੋਈ ਜਦੋਂ ਫਰਵਰੀ ਮਹੀਨੇ ਦੇ ਵਿੱਚ ਸਰਕਾਰ ਨੇ ਆਪਣੀ ਰਿਪੋਰਟ ਸੌਂਪੀ ਕਿ ਕੋਈ ਖਨਨ ਨਹੀਂ ਹੋ ਰਹੀ ਜੀ। ਇਹਦੇ ਉਲਟ ਜਿਹੜੀ ਕਾਨੂੰਨੀ ਸੇਵਾਵਾਂ ਅਥਾਰਟੀ ਹੈ ਜ਼ਿਲ੍ਹਾ ਰੋਪੜ ਦੀ, ਉਹਦੀ ਅਗਵਾਈ ਇੱਕ ਮਾਨਯੋਗ ਜੱਜ ਸਾਹਿਬ ਕਰਦੇ ਨੇ। ਉਹਨਾਂ ਨੇ ਜਦੋਂ ਉੱਚ ਅਦਾਲਤ ਪੰਜਾਬ ਤੇ ਹਰਿਆਣਾ ਵਿੱਚ ਆਪਣੀ ਰਿਪੋਰਟ ਸੌਂਪੀ ਤਾਂ ਬਿਲਕੁਲ ਸਰਕਾਰ ਦੀ ਰਿਪੋਰਟ ਦੇ ਉਲਟ ਰਿਪੋਰਟ ਸੌਂਪੀ ਗਈ ਕਿ ਖਨਨ ਵੱਡੇ ਪੱਧਰ ਤੇ ਇੱਥੇ ਹੋ ਰਹੀ ਹੈ ਔਰ ਨਜਾਇਜ਼ ਨਾਕੇ ਹੈ ਜਿਹੜੇ ਉਹ ਦੇਖੇ ਜਾ ਸਕਦੇ ਆ, ਲੱਗੇ ਹੋਏ ਨੇ। ਹੁਣ ਜਦੋਂ ਤੋਂ ਇਹ ਰਿਪੋਰਟ ਸੌਂਪੀ ਆ ਪਤਾ ਲੱਗਿਆ ਕਿ ਉਹ ਨਾਕੇ ਕੁਝ ਅਲੋਪ ਹੋਏ ਨੇ। ਲਗਾਤਾਰ ਪੰਜਾਬ ਦੇ ਖਜ਼ਾਨੇ ਨੂੰ ਖਾਲੀ ਕੀਤਾ ਜਾ ਰਿਹਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ ਤੇ ਦੋਸ਼ ਲੱਗਦਾ ਕਿ ਉਹ ਲੋਕਾਂ ਨੂੰ ਨਹੀਂ ਮਿਲਦੇ, ਆਪਦੇ ਕਿੰਨੇ ਕੁ ਲੋਕਾਂ ਨੂੰ ਰੋਜ਼ ਮਿਲਦੇ ਆ, ਇੱਕ ਹਫ਼ਤੇ ਦੇ ਵਿੱਚ 5-4 ਬੰਦਿਆਂ ਨਾਲ ਗੱਲ ਕਰ ਲੈਂਦੇ ਨੇ, ਆਪਣੇ MLA ਨੂੰ, ਆਪਣੇ ਮੰਤਰੀਆਂ ਨੂੰ ਨਹੀਂ ਮਿਲਦੇ ਹੈਗੇ। ਇਹਦਾ ਮਤਲਬ ਇਹ ਹੋਇਆ ਕਿ ਜਿਨ੍ਹਾਂ ਅਧਿਕਾਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹ ਰਿਪੋਰਟ ਸੌਂਪੀ ਕਿ ਇੱਥੇ ਖਨਨ ਨਹੀਂ ਹੋ ਰਹੀ, ਦੋਹਾਂ 'ਚੋਂ ਇੱਕ ਬੰਦਾ ਤਾਂ ਝੂਠ ਬੋਲਦਾ ਹੈ। ਜੇ ਮਾਨਯੋਗ ਜੱਜ ਸਾਹਿਬ ਨੇ ਉਹ ਰਿਪੋਰਟ ਸੌਂਪੀ ਹੈ ਤੇ ਕਿਹਾ ਕਿ ਇੱਥੇ ਖਨਨ ਹੋ ਰਹੀ ਹੈ, ਇਹਦਾ ਮਤਲਬ ਜਿਹੜਾ ਸਰਕਾਰ ਦਾ ਦਾਅਵਾ ਸੀ ਉਹ ਝੁਠਲਾਇਆ ਗਿਆ, ਉਹ ਝੂਠਾ ਸਾਬਤ ਹੋਇਆ। ਅੱਜ ਕਿਹੜੇ ਮੂੰਹ ਨਾਲ ਪੰਜਾਬ ਸਰਕਾਰ ਇਹ ਗੱਲ ਲੋਕਾਂ ਦੇ ਵਿੱਚ ਲੈ ਕੇ ਜਾਵੇਗੀ ਕਿ ਖਨਨ ਨਹੀਂ ਹੋ ਰਹੀ? ਹੁਣ ਆਫਟਰ ਆਲ ਜਾ ਕੇ ਸਰਕਾਰ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਇਸ ਮਾਮਲੇ ਦੀ ਜਾਂਚ CBI ਨੂੰ ਸੌਂਪਤੀ। ਇਹ ਸਾਰੇ ਦਾ ਸਾਰਾ ਪੰਜਾਬ ਸਰਕਾਰ ਦੇ ਮੱਥੇ ਤੇ ਇੱਕ ਬਹੁਤ ਵੱਡਾ ਕਲੰਕ ਲੱਗਿਆ ਕਿ ਉਹਨਾਂ ਦੇ ਅਧਿਕਾਰੀਆਂ ਨੇ ਜਦੋਂ ਅਦਾਲਤ ਦੇ ਵਿੱਚ ਮਾਨਯੋਗ ਜੱਜ ਸਾਹਿਬ ਨੇ ਰਿਪੋਰਟ ਸੌਂਪਤੀ ਕਿ ਖਨਨ ਹੋ ਰਹੀ ਹੈ, ਇਹ ਚੀਜ਼ ਨੂੰ ਅੱਜ
48 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ, ਉਹਨਾਂ ਅਧਿਕਾਰੀਆਂ ਵਿਰੁੱਧ ਜਿਨ੍ਹਾਂ ਨੇ ਕਿਹਾ ਸੀ ਕਿ ਖਨਨ ਨਹੀਂ ਹੋ ਰਹੀ, ਮੁੱਖ ਮੰਤਰੀ ਸਾਹਿਬ ਨੇ ਕਿਹੜਾ ਕਦਮ ਚੁੱਕਿਆ, ਕਿਹੜੀ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ। ਇਹ ਖਨਨ ਕੱਲੀ ਰੋਪੜ ਦੇ ਵਿੱਚ ਨਹੀਂ ਹੋ ਰਹੀ, ਇਹ ਖਨਨ ਹੋਰਨਾਂ ਖੇਤਰਾਂ ਦੇ ਵਿੱਚ ਵੀ ਹੋ ਰਹੀ ਹੈ। ਪਠਾਨਕੋਟ ਦੇ ਜਿਹੜੇ ਉੱਥੋਂ ਦੇ ਕੁਝ ਸੀਨੀਅਰ ਲੋਕ ਨੇ, ਉਹਨਾਂ ਨੇ ਬਾਰ-ਬਾਰ ਜ਼ਿਲ੍ਹਾ ਪ੍ਰਸ਼ਾਸਨ ਕੋਲੇ ਇਹ ਮੁੱਦਾ ਉਠਾਇਆ। ਪਤਾ ਲੱਗਿਆ ਕਿ ਜਿਹੜੀ ਪਠਾਨਕੋਟ ਦੇ ਵਿੱਚ ਮਾਈਨਿੰਗ ਹੋ ਰਹੀ ਹੈ, ਉਹ ਕੋਈ ਰਾਜਸਥਾਨ ਦਾ ਬੰਦਾ ਹੈ। ਉਹਨੂੰ ਸਰਪ੍ਰਸਤੀ ਕਿਹਦੀ ਹੈ? ਅੱਖਾਂ ਕਿਉਂ ਬੰਦ ਨੇ ਸਰਕਾਰ ਦੀਆਂ? ਲਗਾਤਾਰ ਸਰਕਾਰ ਚੁੱਪ ਇਹਦੇ ਉੱਤੇ ਮਾਮਲੇ ਤੇ ਕਿਉਂ ਹੈ? ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ 2 ਮਾਮਲੇ ਪ੍ਰਮੁੱਖਤਾ ਦੇ ਤੌਰ ਤੇ ਉਠਾਏ ਸਨ। ਪਹਿਲਾ ਇਹ ਕਿ ਤੇਲੰਗਾਨਾ ਵਰਗਾ ਜਿਹੜਾ ਰਾਜ ਹੈ, ਉਹ ਸਾਡੇ ਨਾਲੋਂ ਛੋਟਾ ਹੈ, ਉਹ 1000 ਕਰੋੜ ਤੋਂ ਵੱਧ ਦੀ ਜਿਹੜੀ ਹੈ ਕਮਾਈ ਇਸ ਖਨਨ ਦੇ ਰੇਤੇ ਤੋਂ ਕਰ ਰਿਹਾ ਹੈ। ਉਹਨਾਂ ਦੀ ਆਹ ਨੀਤੀ ਹੈ, ਸ਼ਾਇਦ 1000 ਤੋਂ ਵੀ ਵੱਧ ਹੋਵੇ, ਪਰ ਸਾਡੇ ਕਿਸੇ ਨੇ ਇਹਦੇ ਤੇ ਦੇਖਿਆ ਨਹੀਂ। ਕੋਈ ਸਮਾਂ ਹੁੰਦਾ ਸੀ ਜਦੋਂ ਅਸੀਂ ਸੋਇਆ ਨਹਿਰਾਂ ਦੇ ਵਿੱਚੋਂ ਇਹ ਰੇਤ ਹੈ ਜਿਹੜੀ ਮੁਕਤ ਰੂਪ ਦੇ ਵਿੱਚ ਕੱਢ ਕੇ ਲੈ ਕੇ ਆਇਆ ਕਰਦੇ ਸੀ। ਇਹ ਨਾਕੇ ਪਿਛਲੀ ਸਰਕਾਰ ਦੇ ਵਿੱਚ ਵੀ ਲੱਗੇ, ਇਹ ਨਾਕੇ ਮੌਜੂਦਾ ਸਰਕਾਰ ਦੇ ਵਿੱਚ ਵੀ ਲੱਗੇ ਨੇ। ਦੋਸ਼ ਤੇ ਦੋਸ਼ ਲੱਗ ਰਹੇ ਨੇ, ਕੋਈ ਦੋਸ਼ ਬਾਹਰੋਂ ਲਾਉਣ ਵਾਲੇ ਨਹੀਂ। ਜਿਹੜੇ 2 ਰਾਜ ਸਭਾ ਦੇ ਮੈਂਬਰ ਤੇ ਸਾਬਕਾ ਪ੍ਰਧਾਨ ਨੇ ਪ੍ਰਦੇਸ਼ ਕਾਂਗਰਸ ਦੇ, ਨੰਬਰ 1 ਪ੍ਰਤਾਪ ਸਿੰਘ ਬਾਜਵਾ, ਨੰਬਰ 2 ਸ਼ਮਸ਼ੇਰ ਸਿੰਘ ਦੁੱਲੋਂ, ਦੋਨੇ ਬੜੇ ਸੀਨੀਅਰ ਰਾਜ ਸਭਾ ਦੇ ਜਿਹੜੇ ਕਾਂਗਰਸੀ ਆਗੂ ਨੇ ਔਰ ਉੱਚ ਅਹੁਦਿਆਂ ਦਾ ਆਨੰਦ ਮਾਣ ਚੁੱਕੇ ਨੇ। ਇਹਨਾਂ ਦੋਨਾਂ ਨੇ ਖਨਨ ਮਾਮਲੇ ਦੇ ਵਿੱਚ ਹੁਣ ਤਿੱਖੇ ਸੁਰ ਕਰਦਿਆਂ ਕਿਹਾ ਕਿ ਜਿਹੜੇ ਦੋਸ਼ ਅਸੀਂ ਲਾਉਂਦੇ ਸੀ, ਉਹ ਸਾਰੇ ਦੇ ਦੋਸ਼ ਜਿਹੜੇ ਹੈ ਮਾਨਯੋਗ ਜੱਜ ਸਾਹਿਬ ਨੇ ਆਪਣੀ ਰਿਪੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਦਿੱਤੇ ਨੇ। ਹੁਣ ਜਿਹੜੀ ਇਹ ਖਨਨ ਹੋਵੇਗੀ, ਭਗਵੰਤ ਮਾਨ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਨੇ ਤੇ ਉਹ ਵੀ ਲੋਕ ਸਭਾ ਦੇ ਵਿੱਚ ਸੰਸਦ ਨੇ ਦੂਜੀ ਵਾਰ, ਉਹਨਾਂ ਨੇ ਆਖਿਆ ਕਿ ਇਹ ਜਿਹੜੀ ਖਨਨ ਵਾਲਾ ਮਾਮਲਾ ਇਹ ਅੱਜ ਤੋਂ ਨਾ ਜਾਂਚ ਕੀਤੀ ਜਾਵੇ। ਇਹਦੀ ਜਾਂਚ 2007 ਤੋਂ ਕੀਤੀ ਜਾਵੇ। ਭਾਵ ਉਹਨਾਂ ਨੇ ਪਿਛਲੇ ਸਰਕਾਰ ਨੂੰ, ਅਕਾਲੀ ਭਾਜਪਾ ਸਰਕਾਰ ਨੂੰ ਵੀ ਲਪੇਟੇ 'ਚ ਲੈ ਲਿਆ। ਜੇ ਆਪਾਂ ਦੇਖਿਆ ਜਾਵੇ ਇਹਨਾਂ 13.5 ਸਾਲਾਂ ਦੇ ਵਿੱਚ ਜੇ 1000 ਕਰੋੜ ਦੀ ਵੀ ਕਮਾਈ ਹੋਵੇ ਤਾਂ 13.5 ਸਾਲਾਂ ਦੇ ਵਿੱਚ ਪੰਜਾਬ ਦੇ ਖਜ਼ਾਨੇ ਨੂੰ ਕਿੰਨਾ ਚੂਨਾ ਲੱਗਿਆ? ਉਹਦੇ ਲਈ ਜ਼ਿੰਮੇਵਾਰ ਕੌਣ ਨੇ? ਉਹਨਾਂ ਜ਼ਿੰਮੇਵਾਰਾਂ ਨੂੰ ਜਿਹੜੇ ਅੱਜ ਮੌਜੂਦਾ ਬੈਠੇ ਨੇ ਉਹ ਵੀ ਜ਼ਿੰਮੇਵਾਰ ਨੇ। ਜੇ ਪਿਛਲੀ ਸਰਕਾਰ ਦੀ ਵੀ ਜਵਾਬਦੇਹ ਬਣਦੀ ਹੈ। ਹੁਣ ਜਦੋਂ CBI ਦੇ ਕੋਲ ਜਾਂਚ ਗਈ ਤਾਂ ਪੰਜਾਬ ਦੀਆਂ ਏਜੰਸੀਆਂ ਦੀ ਭੂਮਿਕਾ ਖਤਮ ਹੋ ਗਈ। ਹੁਣ CBI ਆਪਣੇ ਤਰੀਕੇ ਦੇ ਨਾਲ ਜਾਂਚ ਕਰੇਗੀ। ਭਾਵੇਂ CBI ਨੂੰ ਜਿਹੜੇ ਮੌਜੂਦਾ ਕਾਂਗਰਸੀ ਨੇ ਉਹ ਮੋਦੀ ਸਰਕਾਰ ਦਾ ਤੋਤਾ ਕਹਿੰਦੇ ਹੈ, ਤੇ ਜਿਹੜੀ ਪਿਛਲੀ ਅਕਾਲੀ ਭਾਜਪਾ ਸਰਕਾਰ ਹੈ ਉਹ ਡਾਕਟਰ ਮਨਮੋਹਨ ਸਿੰਘ ਦਾ ਸਾਬਕਾ ਪ੍ਰਧਾਨ ਮੰਤਰੀ ਦਾ ਤੋਤਾ ਕਹਿੰਦੇ ਸੀ। ਭਾਵ ਇਹਨਾਂ ਰਾਜਸੀ ਲੋਕਾਂ ਨੇ ਇਹ ਜਿਹੜੀਆਂ ਨਿਰਪੱਖ ਏਜੰਸੀਆਂ ਸੀ ਉਹਨਾਂ ਦੇ ਕਾਰਗੁਜ਼ਾਰੀਆਂ ਤੇ ਵੀ ਉਹਨਾਂ ਨੂੰ ਸਵਾਲਾਂ ਦੇ ਘੇਰੇ ਵਿੱਚ ਲੈ ਆਂਦਾ। ਜਿਵੇਂ ਬੇਅਦਬੀ ਮਾਮਲਿਆਂ ਦੇ ਵਿੱਚ CBI ਨੇ ਕਲੋਜ਼ਰ ਰਿਪੋਰਟ ਕੇਸ ਬੰਦ ਕਰਨ ਦੀ ਸਿਫਾਰਿਸ਼ ਕੀਤੀ ਤਾਂ ਜਿਹੜੀ CBI ਹੈ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੀ ਹੈ। ਪਰ ਹੁਣ ਜਦੋਂ ਮਾਨਯੋਗ ਅਦਾਲਤ ਨੇ ਇਹ ਸਾਰੇ ਮਾਮਲੇ ਨੂੰ CBI ਨੂੰ ਜਾਂਚ ਕਰਨ ਵਾਸਤੇ ਆਖਿਆ ਹੈਗਾ, CBI ਜਾਂਚ ਕਰਕੇ ਇਹਦੇ ਵਿੱਚ ਕੀ ਲਿਆਉਂਦੀ ਹੈ, ਸਾਰਿਆਂ ਦੀਆਂ ਨਜ਼ਰਾਂ ਉਹਦੇ ਤੇ ਬਣੀਆਂ ਰਹਿਣਗੀਆਂ। ਜੀ ਬਿਲਕੁਲ, ਤੇ ਸਾਡੇ ਜਿਹੜੇ ਕਾਲਰ ਨੇ ਉਹ ਵੀ ਸਾਡੇ ਨਾਲ ਜੁੜ ਗਏ ਨੇ, ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਵਾਹਿਗੁਰੂ ਜੀ। ਜੀ ਖਾਲਸਾ ਜੀ ਫਤਿਹ ਜੀ। ਖਾਲਸਾ ਜੀ ਫਤਿਹ ਜੀ। ਲੋਜ਼ਾਲਾ ਆਪ ਜੀ ਨੂੰ ਤੇ ਬੀਬਾ ਜੀ ਨੂੰ ਤੇ ਸਰੋਤਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਬੇਨਤੀ ਹੈ ਵੀ ਭੁੱਲਣਾ ਚਾਹੀਏ ਕਿਤੇ ਤੁਸੀਂ ਕਲੰਕ ਦੀ ਗੱਲ ਆਖੀ ਸੀ, ਕਲੰਕ ਇਹਨਾਂ ਦੇ ਮੱਥੇ ਤੇ ਕਲੰਕ ਆ। ਢਿੱਲੋਂ ਸਾਹਿਬ ਕਲੰਕ ਇੱਕ ਉਹ ਤਾਂ ਫੇਰ ਆ ਨਾ, ਕਲੰਕ ਤੇ ਕਲੰਕ ਚੜਿਆ ਪਿਆ ਜੀ। ਇਹ ਕੀ ਕਹਿੰਦੇ ਆ ਕਹਿੰਦੇ ਕਲੰਕ ਨੂੰ? ਗੱਲ ਆਪਾਂ ਕਰਦੇ ਹੁੰਦੇ ਆ ਕਸੂਤੇ ਸਾਹਿਬ ਰੁੱਖ ਉੱਗਿਆ ਤੇ ਉਹ ਕਹਿੰਦੇ ਯਾਰ ਸ਼ਾਮੇ ਬੈਠਣਗੇ। ਠੀਕ ਹੈ ਨਾ, ਇਹਦਾ ਮਤਲਬ ਬੇਸ਼ਰਮੀ ਦੀ ਹੱਦ ਲੰਘ ਗਈ ਹੈ ਜੀ, ਸਿਰੇ ਲੱਗ ਗਿਆ ਗੱਲ। ਮਤਲਬ ਕੋਈ ਹੁਣ ਕਿਹਨੂੰ ਕਿੱਧਰੋਂ ਫੜੇ, ਟਰਾਂਸਪੋਰਟ ਦੀ ਗੱਲ ਕਰ, ਮਤਲਬ ਤਾਂ ਇਹ ਕੋਈ ਨਹੀਂ ਇਹਨਾਂ ਨੇ ਲੱਡੀ ਫੜੀ ਕੋਈ ਚੱਜ ਨਾਲ, ਇੱਕ ਲੱਡੀ ਫੜ ਕੇ ਉਹੀ ਕਹਿ ਦੇਣਾ ਹੱਥ ਖੜੇ ਕਰਕੇ ਵੀ ਸਾਡਾ 100% ਮੁਕੰਮਲ ਕੀਤਾ ਕੰਮ ਹੈ। ਢਿੱਲੋਂ ਸਾਹਿਬ ਤੁਹਾਨੂੰ ਤਾਂ ਖਾਸਾ ਜ਼ਿਆਦਾ ਪਤਾ, 20 ਸਾਲ 21-22 ਸਾਲ ਦੀ ਗੱਲ ਹੋਊਗੀ, ਉਦੋਂ ਅਸੀਂ ਇੰਡੀਆ ਹੁੰਦੇ ਸੀ ਤੇ
ਟਰਾਲੀ ਲੈਣ ਜਾਂਦੇ ਸੀਗੇ 300 ਰੁਪਈਆ ਦਿੰਦੇ ਸੀ ਉਹ ਲੇਬਰ ਵਾਲੇ ਨੂੰ ਬਸ। ਕੋਈ ਪੈਸਾ ਨਹੀਂ ਆਦਾ, ਨਾ ਰਾਹ ਚ ਨਾ ਉੱਥੇ ਨਾ ਹੋਰ ਕੋਈ। 300 ਰੁਪਈਆ ਜੀ ਅਸੀਂ ਟਰਾਲੀ ਲਿਆਉਂਦੇ ਰਹੇ ਹਾਂ ਜੀ। ਮੇਰੇ ਹਿਸਾਬ ਲਾ ਲਓ ਤੈਨੂੰ ਦਿੱਤਾ 300 ਰੁਪਈਆ ਕਹਿੰਦੇ ਨਹਿਰਾਂ ਚੋਂ ਵੀ ਪਹਿਲਾਂ ਲਿਆਉਂਦੇ ਰਹੇ। ਨਹਿਰਾਂ ਵਾਲੀ ਵੇਖੀਆਂ ਸੀ, ਨਹਿਰਾਂ ਵਾਲੀ ਤੇ ਰੇਤਾ ਤਾਂ ਤੇ 300 ਸਾਡੇ ਡੋਲੇ ਵਾਲਾ ਸੀ, ਡੋਲੇ ਸ਼ਰਾਬ ਨਿਕਲਦੀ ਸੀ ਉਦੋਂ ਆਮ ਨਿਕਲਦੀ ਸੀ ਮਤਲਬ ਰੇਤਾ। ਤੇ ਹੁਣ ਵੇਖੋ ਕਿਹੜੀ ਚੀਜ਼ ਨੂੰ ਹੱਥ ਨਹੀਂ ਲਾਇਆ ਜਾਂਦਾ ਕਿਸੇ ਚੀਜ਼ ਨੂੰ। ਬੱਸਾਂ ਦੇ ਕਿਰਾਏ ਬਿਮਾਰੀ ਆ ਗਈ ਹੈ ਤੇ ਸਾਰਾ ਕੁਝ ਵੱਧਦਾ ਜਾਂਦਾ। ਪੈਟਰੋਲ ਕੀ ਕਰੂਗਾ ਬੰਦਾ ਜੀ? ਮਤਲਬ ਹੱਦ ਹੀ ਟੁੱਟ ਗਈ ਹੈ ਬਸ। ਗੱਲ ਮੁੱਕੀ, ਅਗਲਾ ਗੱਲ ਹੀ ਨਾ ਕਰੋ ਜੀ, ਸੌਂ ਜਾਓ ਬਸ ਮੌਜ ਨਾਲ ਲੈ ਕੇ ਠੀਕ ਹੈ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪਿਆਰਾ ਸਿੰਘ ਜੀ। ਪਿਆਰਾ ਸਿੰਘ ਜੀ, ਸਵਾਗਤ ਹੈ ਜੀ ਤੁਹਾਡਾ। ਹਾਂ, ਢਿੱਲੋਂ ਸਾਹਿਬ ਤੇ ਧਾਲੀਵਾਲ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬਾਕੀ ਮੁੱਦੇ ਤਾਂ ਬਹੁਤ ਹਨ ਪਰ ਤੁਸੀਂ ਇਕੱਲੇ ਕਰਕੇ ਲੈ ਕੇ ਆ ਰਹੇ ਆ। ਬਾਕੀ ਵੀ ਪਹਿਲੇ ਕੁੱਲ ਵੀ ਦੱਸ ਰਹੇ ਨੇ ਵੀ ਜਿੰਨੇ ਮਰਜ਼ੀ ਮੁੱਦੇ ਚੁੱਕ ਲਓ, ਇਹਨਾਂ ਵਾਸਤੇ ਆਮ ਹੀ ਆ ਗੱਲ। ਬਾਕੀ ਮਾਈਨਿੰਗ ਬਾਰੇ ਪਹਿਲਾਂ ਅਮਰਜੀਤ ਸੰਦੋਆ ਸਾਹਿਬ ਸੀਗੇ ਜਿਹੜੇ ਰੋਪੜ ਤੋਂ MLA ਸੀਗੇ, ਉਹਨਾਂ ਨੇ ਬੜੀ ਗਰਮੀ ਨਾਲ ਮੁੱਦਾ ਚੁੱਕਿਆ ਸੀਗਾ ਤੇ ਕੁੱਟਮਾਰ ਵੀ ਕਾਫੀ ਹੋਈ ਸੀ ਤੇ ਕਾਂਗਰਸ ਤੇ ਦੋਸ਼ ਵੀ ਲੱਗੇ ਸਨ ਕਿ ਇਹ ਲੁੱਟ ਰਿਹਾ ਜਾਂ ਖਾ ਰਿਹਾ। ਪਰ ਉਹ ਥੋੜੀ ਦੇਰ ਬਾਅਦ ਹੀ ਉਹਨਾਂ ਦੀ ਸੈਟਲਮੈਂਟ ਹੋ ਗਈ ਤੇ ਉਹ ਵੀ ਕਾਂਗਰਸ ਜਾ ਰਹੇ ਤੇ ਜਿਹਦਾ ਕਿ ਵੋਟਰਾਂ ਨੇ ਵੀ ਬਹੁਤ ਵਿਰੋਧ ਕੀਤਾ ਸੀਗਾ। ਬਾਕੀ ਸਾਥ ਸਾਰੇ ਸਰਕਾਰਾਂ ਵੰਡ ਕੇ ਖਾਂਦੀਆਂ ਹਨ, ਆਪਣੇ ਹੀ ਬਿਆਨ ਬਦਲ ਦਿੰਦੇ ਹਨ। ਹਾਂਜੀ, ਹੁਣ ਤਾਂ ਉਹ ਤਾਂ ਗੱਲ ਮੇਰੀ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ, ਕਾਰਨ ਕਿ ਵੀ ਸੈਟਲਮੈਂਟ ਹੋ ਜਾਂਦੇ ਸਾਰਾ ਕੁਝ ਠੀਕ ਹੋ ਜਾਂਦਾ। ਹਾਲਾਂਕਿ ਕਿੰਨੇ ਇਹਨਾਂ ਦੇ ਬੰਦਿਆਂ ਨੇ ਰੇਤ ਦੇ, ਚਾਰੇ ਦੇ, ਐਕਸਾਈਜ਼ ਦੇ ਤੇ ਹੋਰ ਅਨੇਕਾਂ ਮੁੱਦੇ ਉਠਾਏ ਆ ਪਰ ਥੋੜੀ ਦੇਰ ਬਾਅਦ ਹੀ ਸੈਟ ਹੋਣੀ। ਜਿੱਦਾਂ ਆਪਣੇ ਜਾਖੜ ਸਾਹਿਬ ਵੀ ਸੈਟਲਮੈਂਟ ਹੋ ਗਈ ਹੈ, ਉਸੇ ਰਲ ਰੁਲ ਕੇ ਖਾ ਰਿਹਾ। ਨੁਕਸਾਨ ਆਪਣੇ ਗਰੀਬ ਆਮ ਆਦਮੀ ਦਾ ਹੋ ਰਿਹਾ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਗਲੇ ਕਾਲਰ ਦਾ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਲਖਵਿੰਦਰ ਸਿੰਘ ਸੰਮੇ ਵਾਲੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਬੇਨਤੀ ਹੈਗੀ ਵੀ ਅਸੀਂ ਆਪਦੀ ਹਾਲਤ ਦੇ ਆਪ ਜ਼ਿੰਮੇਵਾਰ ਹਾਂ ਜੀ। ਸਾਨੂੰ ਪਤਾ ਸੀ ਪਿਛਲੀ ਵਾਰ ਸਰ ਵੀ ਅੱਗੇ ਮੰਤਰੀਆਂ ਨੂੰ ਨਹੀਂ ਮਿਲਦਾ, ਕੈਪਟਨ ਸਾਹਿਬ ਹੁਣ ਮਿਲੇਗਾ। ਕਾਰਨ ਕੀ ਹੈ ਸਰ? ਸਿੰਥੈਟਿਕ ਡਰੱਗ ਨਹੀਂ ਰੁਕਿਆ, ਮਾਈਨਿੰਗ ਨਜਾਇਜ਼ ਨਹੀਂ ਰੁਕੀ, ਪਰ ਸਾਨੂੰ ਸੁਚੇਤ ਹੋਣਾ ਪਏਗਾ। ਨਾ ਤਾਂ ਅਸੀਂ ਤੁਹਾਡੇ ਵਰਗੇ ਕਦੇ ਵਧੀਆ ਚੈਨਲਾਂ ਨੂੰ ਸਰ ਸੁਣਿਆ, ਸਾਰੀ ਦਿਹਾੜੀ ਜਿਹੜੇ ਅਸ਼ਲੀਲਤਾ ਫੈਲਾਉਂਦੇ ਰਹਿੰਦੇ ਨੇ ਲੋਕ ਸਰ, ਉਹਨਾਂ ਨਾਲ ਜੁੜੇ ਰਹਿੰਦੇ ਨੇ ਤੇ ਇਹਨਾਂ ਨੂੰ ਅਕਲ ਕਿੱਥੋਂ ਆਉਣੀ ਹੈ? ਕੋਈ ਲੀਡਰ ਜ਼ਿੰਮੇਵਾਰ ਨਹੀਂ, ਅਸੀਂ ਜ਼ਿੰਮੇਵਾਰ ਹਾਂ। ਇਹਨਾਂ ਦੀ ਤਾਂ ਸਰ ਵਾਰੀਆਂ ਬੰਨੀਆਂ ਹੋਈਆਂ ਨੇ, ਕਿਉਂ ਅਸੀਂ ਚੁਗਣੇ ਇਹਨਾਂ ਨੂੰ ਵਾਰ-ਵਾਰ? ਧਰਮ ਦੇ ਨਾਂ ਤੇ ਅਸੀਂ ਲੁੱਟੇ ਗਏ, ਲੀਡਰਾਂ ਨੇ ਸਾਨੂੰ ਲੁੱਟ ਲਿਆ। ਸਰ ਸਾਨੂੰ ਸੁਚੇਤ ਹੋਣਾ ਪਏਗਾ, ਤਾਂ ਹੀ ਅਸੀਂ ਬਚਾਂਗੇ। ਸਾਨੂੰ ਕਿਸੇ ਭਗਵੰਤ ਮਾਨ ਰਾਣੀ ਬਚਾਉਣਾ, ਅਸੀਂ ਆਪਣੇ ਆਪ ਨੂੰ ਆਪੇ ਹੀ ਬਚਾਉਣਾ ਹੈ। ਜੇ ਸੁਚੇਤ ਹੋ ਕੇ ਵੋਟਾਂ ਪਾਵਾਂਗੇ, ਵਧੀਆ ਚੈਨਲ ਸੁਣਾਂਗੇ ਤੇ ਬਚਾਂਗੇ, ਵਰਨਾ ਨਹੀਂ ਬਚ ਸਕਦੇ। ਥੈਂਕ ਯੂ ਸਰ ਜੀ, ਬਹੁਤ ਬਹੁਤ ਧੰਨਵਾਦ। ਤੇ 3 ਕਾਲਰ ਸਾਡੇ ਨਾਲ ਜੁੜੇ, ਵੱਖੋ ਵੱਖਰੀਆਂ ਇਹਨਾਂ ਦੀ ਗੱਲਾਂ ਕੀਤੀਆਂ। ਤਾਂ ਢਿੱਲੋਂ ਸਾਹਿਬ, ਤੁਹਾਡਾ ਇਹਨਾਂ ਬਾਰੇ ਕੀ ਕਹਿਣਾ? ਦੇਖੋ, ਚਿੰਤਾ ਇਸੇ ਗੱਲ ਦਾ ਹੋ ਰਹੀ ਆ, ਬਾਰ-ਬਾਰ ਸਾਰੇ ਵਿਅਕਤੀ ਚਿੰਤਾ ਦੇ ਵਿੱਚ ਨੇ ਕਿ ਲਗਾਤਾਰ ਜਿਹੜਾ ਸਾਡਾ ਖਜ਼ਾਨਾ ਉਸ ਨੂੰ ਖੋਰਾ ਲੱਗ ਰਿਹਾ ਹੈ। ਕਰਜ਼ੇ ਤੇ ਕਰਜ਼ਾ ਪੰਜਾਬ ਦੇ ਸਿਰ ਤੇ ਚੜ੍ਹ ਰਿਹਾ ਹੈ, ਪਰ ਇਹਦੇ ਬਾਵਜੂਦ ਸਾਡੇ ਆਗੂ ਲੋਕ ਲੁਭਾਊ ਨੀਤੀਆਂ ਤੋਂ ਟੱਸ ਤੋਂ ਮਸ ਨਹੀਂ ਹੁੰਦੇ। ਅਜੇ ਹੁਣੇ ਕੈਪਟਨ ਸਾਹਿਬ ਨੇ ਕਿਹਾ ਕਿ ਅਸੀਂ ਜਿਹੜੀ ਸਿੱਖਿਆ ਨੀਤੀ ਹੈ 12ਵੀਂ ਤੱਕ ਕੋਈ ਪੈਸਾ ਨਹੀਂ ਲਵਾਂਗੇ। ਅਸੀਂ ਕਹਿੰਦੇ ਨਾ ਲਓ, ਪਰ ਜਿਹੜਾ ਅਧਿਆਪਕਾਂ ਦੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਕਈ ਮਹੀਨੇ ਤਨਖਾਹ ਨਹੀਂ ਮਿਲਦੀ, ਉਹਦੇ ਬਾਰੇ ਵੀ ਕੋਈ ਆਪਦਾ ਵਾਧਾ ਕਰੋ। ਆਪਾਂ ਮਤਲਬ ਗੱਲ ਦੇ ਵਿੱਚੋਂ ਗੱਲ ਨਿਕਲ ਆਈ ਸੀ, ਜਿਵੇਂ ਇਹਨਾਂ ਨੇ ਕਿਹਾ ਕਿ 2 ਸਾਲਾਂ ਵਿੱਚ ਦੇਵਾਂਗੇ 1 ਲੱਖ ਨੌਕਰੀ। ਸਰਕਾਰ ਦਾ ਤਾਂ ਤੁਹਾਡੀ ਤਾਂ 1.5 ਸਾਲ ਰਹਿ ਗਿਆ, 6 ਮਹੀਨੇ ਤੁਸੀਂ ਅਗਲੇ ਵੀ ਨਾਲ ਗਿਣ ਦਿੱਤੇ ਹੈਗੇ ਨੇ। ਲੋਕ ਚਾਹੁੰਦੇ ਨੇ, ਤੁਸੀਂ ਕਿਹਾ ਸੀ, ਵਾਅਦਾ ਕੀਤਾ ਸੀ ਕਿ ਘਰ ਘਰ ਰੁਜ਼ਗਾਰ ਦੇਵਾਂਗੇ। ਜੇ ਤੁਸੀਂ ਸਰਕਾਰੀ 1 ਲੱਖ ਨੌਕਰੀ ਦਿਓਗੇ, ਚਲੋ ਪੰਜਾਬ ਦੇ ਘੱਟੋ ਘੱਟ 1 ਲੱਖ ਪਰਿਵਾਰ ਦਾ ਤਾਂ ਕੰਮ ਸੌਰੂਗਾ। ਚੰਗੀ ਗੱਲ ਆ। ਇਸ ਗੱਲ ਦੇ ਵਿੱਚ ਅਸੀਂ ਵੀ ਕਹਿੰਦੇ ਹਾਂ ਕਿ ਜੇ ਕੈਪਟਨ ਸਾਹਿਬ ਨੇ ਐਲਾਨ ਕੀਤਾ ਹੈ ਤਾਂ ਉਹ ਇਸ ਆਪਣੇ ਵਾਅਦੇ ਨੂੰ ਅਮਲੀ ਜਾਮਾ ਪਹਿਨਾਉਣ। ਆਪਾਂ ਗੱਲ ਕਰ ਰਹੇ ਸੀ ਖਨਨ ਦੀ। 2-3 ਕਾਲਰਾਂ ਨੇ ਵਿੱਚ, ਉਹਨਾਂ 'ਚੋਂ ਇੱਕ ਕਾਲਰ ਨੇ ਇਹ ਵੀ ਗੱਲ ਕਹੀ ਹੈ ਕਿ ਸਿਰਫ ਭਰਾਈ ਦੇ ਪੈਸੇ ਦਿੱਤੇ ਜਾਂਦੇ ਸੀ। ਮੈਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਹਾਂ। ਮੈਂ ਪਿੰਡ ਕਈ ਵਾਰੀ ਬੈਠ ਕੇ, ਜਿਹੜੇ ਸਾਡੇ ਪਿੰਡ 70-75 ਟਰੱਕਾਂ ਵਾਲੇ ਸੀ, ਅਸੀਂ ਇਹ ਅੰਦਾਜ਼ਾ ਲਾਉਂਦੇ ਹੁੰਦੇ ਵੀ ਜਿੱਦਣ ਤੂੰ ਜੀਰਕਪੁਰ ਵੱਲ ਨੂੰ ਗਿਆ, ਵਾਪਸੀ ਤੇ ਘੱਗਰ ਦੀ ਰੇਤ ਹੈ ਜਿਹੜਾ ਉਹਦਾ ਟਰੱਕ ਭਰ ਲਿਆਈ। ਉਹਨਾਂ ਨੇ ਆਮ ਤੌਰ ਤੇ ਤੇਲ ਦੇ ਪੈਸੇ ਲੈ ਲੈਣੇ, ਨਾਲ ਜਿਹੜੀ ਉੱਥੇ JCB ਨਾਲ ਭਰਾਈ ਹੁੰਦੀ ਸੀ
ਉਹਦੇ ਪੈਸੇ ਲੈ ਲੈਣੇ ਵੀ 2 ਜਾਂ 300 ਰੁਪਈਆ ਉਹ ਭਰਾਈ ਦਾ ਲੈਂਦੇ ਨੇ। ਜਿੰਨਾ ਕੁ ਤੇਲ ਲੱਗਦਾ ਉਹਦੇ ਪੈਸੇ ਲੈ ਕੇ ਪੂਰਾ ਟਰੱਕ ਭਰਿਆ ਹੋਇਆ ਰੇਤ ਦਾ ਮੁਫਤ ਰੂਪ ਵਿੱਚ ਆ ਜਾਂਦਾ। ਇਹਨਾਂ ਸਿਆਸੀ ਲੋਕਾਂ ਨੇ ਇਹਨਾਂ ਸਾਰਿਆਂ ਨੂੰ ਆਪਣੀ ਨਿੱਜੀ ਕਮਾਈ ਦਾ ਸਾਧਨ ਬਣਾ ਲਿਆ। ਜੇ ਭਗਵੰਤ ਮਾਨ ਨੇ ਠੀਕ ਕਿਹਾ ਬਿਲਕੁਲ ਕਿ ਪਿਛਲੇ 10 ਸਾਲਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਇਹ ਖਨਨ ਮਾਮਲੇ ਦੇ ਵਿੱਚ ਉਸ ਵੇਲੇ ਕਿਹਨੇ ਲੁੱਟਿਆ ਤੇ ਅੱਜ ਕਿਹੜੇ ਲੁੱਟ ਰਹੇ ਨੇ, ਉਹਨਾਂ ਦੇ ਪਿੱਛੇ ਸਿਆਸੀ ਸਰਪ੍ਰਸਤੀਆਂ ਕਿਹੜੀਆਂ ਨੇ, ਇਹਨਾਂ ਨੂੰ ਅੱਗੇ ਲਿਆ ਕੇ ਇਹ ਜੱਗ ਜ਼ਾਹਰ ਹੋਣੀ ਚਾਹੀਦੀ ਹੈ, ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਮੈਂ ਕਹਿੰਦਾ ਜੇ ਸਰਕਾਰਾਂ ਸੁਹਿਰਦ ਨੇ, ਮੁੱਖ ਮੰਤਰੀ ਸਾਹਿਬ ਇਸ ਮਾਮਲੇ ਦੇ ਵਿੱਚ ਸੁਹਿਰਦ ਨੇ, ਉਹ ਚਾਹੁੰਦੇ ਨੇ ਕਿ ਇਹ ਖਨਨ ਬੰਦ ਹੋਣੀ ਚਾਹੀਦੀ ਹੈ, ਤਾਂ 13.5 ਸਾਲ ਦਾ ਜਿਹੜਾ ਇਹ ਅਰਸਾ ਹੈਗਾ ਇਹਦਾ ਇੱਕ ਸਫੈਦ ਪੱਤਰ ਜਾਰੀ ਕਰਕੇ ਲੋਕ ਕਚਹਿਰੀ 'ਚ ਲੈ ਆਉਣ। ਪਰ ਲੋਕਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ। ਜੇ ਫਰਵਰੀ ਦੇ ਵਿੱਚ ਸਰਕਾਰੀ ਅਧਿਕਾਰੀ ਰਿਪੋਰਟ ਪੇਸ਼ ਕਰਦੇ ਨੇ ਕਿ ਕੋਈ ਖਨਨ ਨਹੀਂ ਹੋ ਰਹੀ, ਕੋਈ ਨਾਕਾ ਨਹੀਂ, ਉਹ ਕਿੱਥੋਂ ਦੀ ਲੰਘ ਗਏ? ਕਿਹੜਾ ਡਰੋਨ ਸੀ ਉਹਨਾਂ ਕੋਲ ਜਿਹੜਾ ਮੇਰਾ ਖਿਆਲ ਉੱਪਰ ਦੀ ਜਾ ਕੇ ਵੇਖ ਲਿਆ? ਮੁੱਖ ਮੰਤਰੀ ਸਾਹਿਬ ਆਪ ਇੱਕ ਵਾਰੀ ਖਨਨ ਉਹਨਾਂ ਨੇ ਹੈਲੀਕਾਪਟਰ 'ਚ ਬੈਠਿਆ ਦੇਖੀ, ਚੰਦ ਕੁ ਦਿਨ ਕਾਰਵਾਈ ਹੋਈ, ਉਹ ਕਾਰਵਾਈ ਤੋਂ ਬਾਅਦ ਉਹਦਾ ਬਣਿਆ ਕੀ ਉਹ ਵੀ ਤਾਂ ਲੋਕਾਂ ਵਿੱਚ ਦੱਸ ਦੇਣ। ਪਠਾਨਕੋਟ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪਰਚੀ 800 ਦੀ ਕੱਟੀ ਜਾ ਰਹੀ ਹੈ, ਵਸੂਲੀ 8000 ਦੀ ਹੋ ਰਹੀ ਹੈ। ਉਹ 7200 ਰੁਪਈਆ ਪ੍ਰਤੀ ਟਰੱਕ ਕਿਹਦੀ ਜੇਬ ਵਿੱਚ ਜਾ ਰਿਹਾ ਉਹ ਲੋਕ ਅੱਜ ਪੁੱਛਣਾ ਚਾਹੁੰਦੇ ਨੇ। ਸਰਕਾਰੀ ਖਜ਼ਾਨੇ ਨੂੰ ਜਿਹੜਾ ਲਗਾਤਾਰ ਜੋਕ ਰੂਪ ਦੇ ਵਿੱਚ ਉਹਦਾ ਖੂਨ ਚੂਸਿਆ ਜਾ ਰਿਹਾ ਹੈ, ਉਹਦੇ ਵਿੱਚ ਜਿਹੜੀ ਗੱਲ ਹੈ ਅੱਜ ਜਿਹੜੀਆਂ ਨਵਜੋਤ ਸਿੱਧੂ ਨੇ ਗੱਲਾਂ ਕੀਤੀਆਂ ਸੀ ਲੋਕਾਂ ਨੂੰ ਉਹ ਸਹੀ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ। ਦੋ ਹੀ ਗੱਲਾਂ ਉਹਨਾਂ ਨੇ ਕਿਹਾ ਸੀ ਵੀ ਇੱਕ ਤਾਂ ਖਨਨ ਮਾਮਲੇ ਦੇ ਵਿੱਚ ਇੱਕ ਠੋਸ ਨੀਤੀ ਤੇਲੰਗਾਨਾ ਵਰਗੀ ਬਣਾ ਲਈ ਜਾਵੇ, ਦੂਜਾ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਸ਼ਰਾਬ ਦੇ ਵਿੱਚ 3 ਸਾਲਾਂ ਦੇ ਵਿੱਚ ਦੁੱਲੋ ਸਾਹਿਬ ਜਾਂ ਬਾਜਵਾ ਸਾਹਿਬ ਦੋਸ਼ ਲਾ ਰਹੇ ਨੇ ਵੀ 2700 ਕਰੋੜ ਦਾ ਚੂਨਾ ਲੱਗ ਗਿਆ ਸਰਕਾਰ ਨੂੰ, ਪੰਜਾਬ ਦੀ ਨੂੰ। ਉਹ ਪੰਜਾਬ ਦਾ ਜੇ 2700 ਕਰੋੜ ਚੂਨਾ ਲੱਗਿਆ, ਇੱਥੇ ਵੀ ਕਾਰਪੋਰੇਸ਼ਨ ਬਣਾ ਦਿੱਤੀ ਜਾਵੇ, ਨਿਗਮ ਬਣਾ ਦਿੱਤੀ ਜਾਵੇ, ਸਰਕਾਰੀ ਠੇਕੇ ਹੋਣ ਤਾਂ ਕਮਾਈ ਜਿਹੜੀ ਹੈ ਸਰਕਾਰੀ ਖਜ਼ਾਨੇ ਵਿੱਚ ਜਾਵੇ। ਦੁੱਲੋ ਸਾਹਿਬ ਤੇ ਬਾਜਵਾ ਸਾਹਿਬ ਨੇ ਇੱਕ ਹੋਰ ਬਹੁਤ ਵੱਡਾ ਇਲਜ਼ਾਮ ਲਾਇਆ ਕਿ ਸਾਨੂੰ ਤਾਂ ਇਉਂ ਲੱਗਦਾ ਕਿ ਜਿੱਥੇ ਮੁੱਖ ਮੰਤਰੀ ਤੇ ਪ੍ਰਧਾਨ ਅਤੇ ਕਾਂਗਰਸ ਦੇ ਮਾਮਲਿਆਂ ਬਾਰੇ ਜਿਹੜੀ ਬੀਬੀ ਆਸ਼ਾ ਕੁਮਾਰੀ ਹੈ ਇਹ ਸਾਰੇ ਮਿਲੇ ਹੋਏ ਨੇ, ਇਹਨਾਂ ਨੇ ਕੋਈ ਸਹੀ ਰਿਪੋਰਟ ਕਾਂਗਰਸ ਹਾਈ ਕਮਾਂਡ ਕੋਲੇ ਨਹੀਂ ਪਹੁੰਚਾਉਣੀ। ਇੱਥੋਂ ਤੱਕ ਵੀ ਮੰਗ ਕੀਤੀ ਆ ਕੁਝ ਆਗੂਆਂ ਨੇ ਕਿ ਜਿੱਦਾਂ ਰਾਜਸਥਾਨ ਦੇ ਵਿੱਚ ਹਾਈ ਕਮਾਂਡ ਨੇ ਦਖਲ ਅੰਦਾਜ਼ੀ ਕਰਕੇ ਵਕਤੀ ਤੌਰ 'ਤੇ ਰਾਜਸਥਾਨ ਦਾ ਜਿਹੜਾ ਸੰਕਟ ਆ ਉਹ ਟਾਲਿਆ ਹੈ, ਉਹਨਾਂ ਨੂੰ ਜਿਹੜੇ ਪੰਜਾਬ ਦੇ ਕਾਂਗਰਸੀ ਆਗੂ ਆਪਸ ਵਿੱਚ ਦੀ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਹੇ ਨੇ, ਇੱਕ ਦੂਜੇ ਨੂੰ ਢਾਹ ਲਾ ਰਹੇ ਨੇ, ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਕਰ ਰਹੇ ਨੇ, ਇਹਦੇ ਵਿੱਚ ਵੀ ਕੋਈ ਦਖਲ ਅੰਦਾਜ਼ੀ ਕਰਕੇ ਪੰਜਾਬ ਕਾਂਗਰਸ ਦਾ ਜਿਹੜਾ ਇਹ ਵਕਤੀ ਸੰਕਟ ਹੈ ਇਸ ਸੰਕਟ ਤੋਂ ਬਾਹਰ ਕੱਢਿਆ ਜਾਵੇ, ਤਾਂ ਜੋ ਜਿਹੜਾ ਰਹਿੰਦਾ 1.5 ਸਾਲ ਹੈ। ਵੈਸੇ ਲੋਕਾਂ ਨੂੰ ਅਜੇ ਤੱਕ ਕੋਈ ਆਸ ਨਹੀਂ ਤੇ ਨਾ ਹੀ ਆਸ ਰੱਖਣੀ ਚਾਹੀਦੀ ਹੈ, ਪਰ ਫਿਰ ਵੀ ਸਾਨੂੰ ਦੇਖਣਾ ਚਾਹੀਦਾ ਕਿ ਜੇ 1.5 ਸਾਲ ਰਹਿ ਗਿਆ, ਮੁੱਖ ਮੰਤਰੀ ਸਾਹਿਬ ਨੇ ਪਰਸੋਂ ਐਲਾਨ ਕੀਤਾ ਕਿ ਮੈਂ ਜਦੋਂ ਤੱਕ ਪੰਜਾਬ ਨੂੰ ਪੈਰਾਂ ਸਿਰ ਖੜਾ ਨਹੀਂ ਕਰ ਸਕਦਾ ਉਦੋਂ ਤੱਕ ਚੈਨ ਨਾਲ ਨਹੀਂ ਬੈਠ ਸਕਦਾ। ਤੁਸੀਂ ਆਪਦੇ 3.5 ਸਾਲ ਦੀ ਕਾਰਗੁਜ਼ਾਰੀ ਦੱਸ ਦਿਓ ਕਿ 3.5 ਸਾਲਾਂ ਦੇ ਵਿੱਚ ਇਹ ਸਰਕਾਰੀ ਖਜ਼ਾਨੇ ਨੂੰ ਪੈਰਾਂ ਸਿਰ ਖੜਾ ਕਰਨ ਲਈ ਤੁਸੀਂ ਕਿਹੜਾ ਕਦਮ ਚੁੱਕਿਆ। ਜੀ ਤੇ ਗੱਲ ਉੱਥੇ ਆ ਜਾਂਦੀ ਢਿੱਲੋਂ ਸਾਹਿਬ ਕਿ ਭਾਵੇਂ ਅਸੀਂ ਕਹਿ ਦਈਏ ਕਿ ਪੰਜਾਬ ਸਰਕਾਰ ਨੂੰ ਘਾਟਾ ਪਿਆ, ਪਰ ਘਾਟਾ ਤਾਂ ਆਮ ਲੋਕਾਂ ਨੂੰ ਪੈ ਰਿਹਾ ਹੈ, ਕਿਉਂਕਿ ਸਰਕਾਰਾਂ ਦੇ ਜਾਂ ਕਹਿ ਦਈਏ ਜਾਂ ਫਿਰ ਲੀਡਰਾਂ ਦੇ ਕਹਿ ਦਈਏ ਜਿਹੜੇ ਵੀ ਉਸ ਪਾਰਟੀ ਦੇ ਵਿੱਚ ਆਉਂਦੇ ਨੇ, ਰਾਜਨੀਤੀ ਦੇ ਵਿੱਚ ਆਉਂਦੇ ਨੇ, ਉਸ ਸਮੇਂ ਦੀ ਜਿਹੜੀ ਸਰਕਾਰ ਬਣਦੀ ਹੈ ਉਹਨਾਂ ਦੇ ਘਰ ਤਾਂ ਬਹੁਤ ਭਰ ਗਏ, ਬੰਗਲੇ ਬਣ ਗਏ ਨੇ, ਪਰ ਜਿਹੜੇ ਆਮ ਲੋਕ ਨੇ ਉਹਨਾਂ ਦੀ ਹਾਲਤ ਬਦ ਤੋਂ ਬੱਤਰ ਹੁੰਦੀ ਜਾ ਰਹੀ ਹੈ। ਨੌਕਰੀਆਂ ਨੇ ਬਿਲਕੁਲ ਖਤਮ ਕਰ ਦਿੱਤੀਆਂ ਨੇ, ਕਿਸਾਨ ਨੇ ਜਿਹੜੇ ਹਰ ਦਿਨ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਨੇ। ਹਰ ਰੋਜ਼ ਅਖਬਾਰਾਂ ਦੇ ਵਿੱਚ ਸੁਰਖੀਆਂ ਦੇ ਵਿੱਚ ਇਹੀ ਆਉਂਦਾ ਹੈ ਕਿ ਫਲਾਣੇ ਥਾਂ 'ਤੇ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ, ਫਲਾਣੇ ਥਾਂ 'ਤੇ ਕਿਸਾਨਾਂ ਨੇ ਖੁਦਕੁਸ਼ੀ ਕਰ ਲਈ, ਮਜ਼ਦੂਰਾਂ ਨੇ ਖੁਦਕੁਸ਼ੀ ਕਰ ਲਈ। ਆਰਥਿਕ ਹਾਲਾਤ ਬਹੁਤ ਮੰਦੀ ਦੇ ਚੱਲ ਰਹੇ ਨੇ, ਤਾਂ ਸਰਕਾਰ ਜੇ ਇਹਨਾਂ ਵੱਲ ਧਿਆਨ ਦੇਵੇ ਤਾਂ ਜ਼ਿਆਦਾ ਵਧੀਆ ਹੋਵੇਗਾ। ਸਾਡੇ ਨਾਲ ਜਿਹੜੇ ਕਾਲਰ ਨੇ ਉਹ ਵੀ ਜੁੜ ਚੁੱਕੇ ਨੇ, ਅਸੀਂ ਉਹਨਾਂ ਦਾ ਵੀ ਸਵਾਗਤ ਕਰਾਂਗੇ, ਉਹਨਾਂ ਦੀ ਗੱਲਬਾਤ ਸੁਣਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਅਮਰੀਕ ਸਿੰਘ ਮਿਸ਼ੀਗਨ ਤੋਂ ਬੋਲਦਾ ਜੀ। ਸਵਾਗਤ ਹੈ ਜੀ ਤੁਹਾਡਾ। ਹਾਂਜੀ, ਇਹ ਬੇਨਤੀ ਆ, ਦੇਖੋ ਜੀ, ਪਿਛਲੇ ਜਿਹੜੇ ਜਿਵੇਂ ਤੁਸੀਂ ਕਹਿ ਰਹੇ 13.5 ਸਾਲ ਦੀ ਜੇ ਆਪਾਂ ਜਿਹੜੀ ਇਨਕੁਆਇਰੀ ਕਰੀਏ ਉਹਦੇ ਵਿੱਚ ਇੱਕ ਵੱਡਾ ਪਰਿਵਾਰ ਸੀਗਾ, 10 ਸਾਲ ਤਾਂ ਉਹ ਜੋਕ ਵਾਂਗੂ ਚਿਮੜਿਆ ਰਿਹਾ ਜੀ ਪੰਜਾਬ ਨੂੰ, ਉਹ ਚੂਸ ਗਿਆ ਸਾਰਾ ਖੂਨ ਪੰਜਾਬ ਦਾ ਜੀ। ਉਸ ਤੋਂ ਬਾਅਦ ਹੁਣ 3.5 ਸਾਲ ਤੋਂ ਬਾਅਦ ਇਹ ਇੱਕ 81 ਬੰਦਾ ਬਿਠਾ ਕੇ ਲਿਆ ਕੇ ਸਾਡੇ ਉੱਤੇ ਜੀ। ਇਹ ਬੰਦਾ ਪਹਿਲਾਂ ਪਟਿਆਲੇ ਦੇ ਮਿਹਨਤ ਨਿਕਲਿਆ, ਫਿਰ ਚੰਡੀਗੜ੍ਹ ਸਰਕਾਰੀ ਕੋਠੀ ਨਿਕਲ ਕੇ ਹੁਣ ਪ੍ਰਾਈਵੇਟ ਇਹ ਕਿਧਰੇ ਰਹਿ ਰਿਹਾ। ਇਹਨੂੰ ਪੰਜਾਬ ਦਾ ਕੋਈ ਫਿਕਰ ਨਹੀਂ ਹੈ ਜੀ।
ਤੇ ਤੁਸੀਂ ਦੇਖੋ ਹਾਈ ਕੋਰਟ ਦੇ ਹੁਕਮਾਂ ਦੇ ਅਨੁਸਾਰ ਇੱਕ ਮੈਜਿਸਟ੍ਰੇਟ ਨੇ ਜਿਹੜੀ ਗੁਪਤ ਇਨਕੁਆਇਰੀ ਕੀਤੀ ਆ ਆਪਣੇ ਦੁਆਬੇ ਏਰੀਆ ਦੇ ਵਿੱਚ, ਉਹ ਰੌਂਗਟੇ ਖੜੇ ਕਰਨ ਵਾਲੀ ਆ ਜੀ। ਉਹ ਭੇਤ ਪਟਾ ਕੇ ਆਪਣਾ ਜਦੋਂ ਉਹਨੇ ਦੇਖਿਆ ਵੀ ਕਿਵੇਂ ਇਹ ਜਿਹੜੀ ਮਾਈਨਿੰਗ ਹੈਗੀ ਆ ਇਹਦੀ ਗੈਰ ਕਾਨੂੰਨੀ ਇਹ ਪੈਸਾ ਬਟੋਰ ਰਹੇ, ਲੁੱਟ ਰਹੇ ਆ ਜਨਤਾ ਤੋਂ, ਉਹਨਾਂ ਨੇ ਦੇਖਿਆ ਵੀ ਉਹ ਕਈ ਘਰਾਂ ਦੇ ਵਿੱਚ ਇਹ ਦਫ਼ਤਰ ਖੁੱਲੇ ਹੋਏ ਆ, ਕਈ ਚਾਹ ਦੀਆਂ ਦੁਕਾਨਾਂ ਤੇ ਖੁੱਲੇ ਹੋਏ ਆ, ਕਈਆਂ ਟੈਂਟ ਲਾਏ ਹੋਏ ਆ। ਉਹ ਜਿਹੜੇ ਨੌਜਵਾਨਾਂ ਨੂੰ 13,000 ਰੁਪਇਆ ਮਹੀਨੇ ਦਿੰਦੇ ਆ ਤੇ 100-200 ਰੁਪਇਆ ਡੇਲੀ ਮਤਲਬ ਚਾਹ ਪਾਣੀ ਦਾ ਲੈਦਾ ਦਿੰਦੇ ਉਹਨਾਂ ਨੂੰ। ਇਹ ਪੰਜਾਬ ਸਰਕਾਰ ਦੇ ਮੂੰਹ ਦੇ ਉੱਤੇ ਇੱਕ ਚਪੇੜ ਹੈਗੀ ਆ। ਇੱਕ ਇਨਕੁਆਇਰੀ ਜਿਹੜੀ ਇਹ ਦੱਸ ਰਹੀ, ਇਹ ਪੰਜਾਬ ਸਰਕਾਰ ਨੇ ਕਿਹਾ ਸੀ ਕੁਝ ਨਹੀਂ ਹੋ ਰਿਹਾ, ਪਰ ਜਿਹੜਾ ਹੁਣ ਇਹ ਲੱਖਾਂ ਕਰੋੜਾਂ ਦੀ ਮਤਲਬ ਰੋਜ਼ਾਨਾ ਦੀ ਜਿਹੜੀ ਗੌਰਮੈਂਟ ਦੇ ਫੰਡ ਦੇ ਆਪਣੇ ਖਜ਼ਾਨੇ ਜਾਣੀ ਸੀ ਇਨਕਮ, ਇਹ ਰਾਜਨੀਤਿਕ ਪੁਲਿਸ ਤੇ ਐਡਮਿਨਿਸਟ੍ਰੇਟਰ ਜਿਹੜੇ ਹੈਗੇ ਆ ਉਹਨਾਂ ਦੀ ਜੇਬ ਜਾਰੀ। ਇਹ ਪੰਜਾਬ ਦੇ ਲੋਕਾਂ ਨੂੰ ਸੋਚਣਾ ਪੈਣਾ ਜੀ। ਹੁਣ ਪੰਜਾਬ ਦੇ ਲੋਕ ਨਹੀਂ ਸੋਚਦੇ, ਉਹ ਕੰਬਲਾਂ ਦੇ ਉੱਤੇ ਤੇ ਸ਼ਰਾਬ ਦੀ ਬੋਤਲ ਤੇ ਡਿੱਗ ਜਾਂਦੇ ਆ। ਕਿਰਪਾ ਕਰਕੇ ਇਸ ਵਾਰ ਆਪਣਾ ਜ਼ਮੀਰ ਆਪਣੀ ਜਗਾ ਕੇ ਵੋਟ ਪਾਓ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ। ਅਗਲੇ ਕਾਲਰ ਦਾ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਮੈਡਮ ਜੀ ਤੁਹਾਡੇ ਮਾਧਿਅਮ ਰਾਹੀਂ ਸਾਰੇ ਸਰੋਤਿਆਂ ਨੂੰ ਤੇ ਢਿੱਲੋਂ ਸਾਹਿਬ ਦੇ ਮੈਡਮ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ। ਤੇ ਮੈਂ ਇੱਕ ਗੱਲ ਕਰਨੀ ਚਾਹੁੰਦਾ ਜਨਾਬ ਜੀ। ਜੀ ਤੇ ਇਹ ਜਿਹੜਾ ਮਾਫੀਆ ਹੈ ਨਾ ਜੀ, ਇਹ ਪਹਿਲਾਂ ਸੀਗਾ ਜੀ 1995 ਤੱਕ 80 ਤੋਂ ਲੈ ਕੇ ਗੁੰਡਾ ਮਾਫੀਆ, ਪੁਲਿਸ ਮਾਫੀਆ ਜੀ। ਉਸ ਤੋਂ ਬਾਅਦ ਜੀ ਜਦੋਂ 97 ਦੀ ਸਰਕਾਰ ਆਈ ਜੀ, ਫਿਰ 12 ਮਾਫੀਏ ਹੋ ਗਏ ਜੀ। ਸ਼ਰਾਬ ਮਾਫੀਆ, ਭੂ ਮਾਫੀਆ, ਮੈਨਿੰਗ ਮਾਫੀਆ, ਮੈਡੀਕਲ ਮਾਫੀਆ, ਐਜੂਕੇਸ਼ਨ ਮਾਫੀਆ, ਚਿੱਟਾ ਮਾਫੀਆ, ਧਾਰਮਿਕ ਡੇਰਾ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ, ਸਿਆਸੀ ਗੁੰਡਾ ਮਾਫੀਆ। ਤੇ ਮੈਡਮ ਜੀ ਹੁਣ ਤਾਂ ਹੱਦ ਹੋ ਗਈ। ਦੇਖੋ ਇਹ ਲੋਕ ਆਪ ਨੇ, ਇਹਨਾਂ ਦੇ ਇੰਨੇ ਬੇਸ਼ਰਮ ਮਤਲਬ ਪੋਲੀਟੀਕਲ ਲੋਕ ਨੇ ਆਪ ਹੀ ਰੌਲਾ ਪਾਇਆ ਜੀ ਵੀ 2700 ਕਰੋੜ ਰੁਪਏ ਦੀ ਦਾਰੂ ਦਾ ਘਾਟਾ ਪੈ ਗਿਆ ਜੀ ਸਾਨੂੰ। 4 ਦਿਨ ਉਸਦੀ ਚਰਚਾ ਹੋ ਗਈ ਜੀ, ਉਹ ਵਿਸ਼ਾ ਬੰਦ ਹੋ ਗਿਆ ਜੀ। ਪਹਿਲਾਂ ਇਹਨਾਂ ਨੇ ਆਪ ਹੀ ਕਿਹਾ ਸੀ ਅਸੀਂ ਨਸ਼ਾ ਬੰਦ ਕਰਾਂਗੇ। 121 ਬੰਦਿਆਂ ਦੀ ਮੌਤ ਹੋ ਗਈ ਜੀ, 302 ਦੇ ਕਹਿੰਦੇ ਪਰਚੇ ਕੱਟਾਂਗੇ, ਸਭ ਸਾਈਲੈਂਟ ਨੇ ਜੀ। ਹੁਣ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਬੇਨਤੀ ਕਰਦਾ ਵੀ ਇਹ ਜਿਹੜੀ CBI ਦੀ ਇਨਕੁਆਇਰੀ ਆ ਕੱਲੇ ਰੋਪੜ ਤੱਕ ਨਾ ਸੀਮਿਤ ਹੋਵੇ ਜੀ। ਇਹ ਇਨਕੁਆਇਰੀ ਸਾਰੇ ਪੰਜਾਬ ਦੀ ਹੋਣੀ ਚਾਹੀਦੀ ਆ ਤੇ ਕੱਲੇ ਇਹ ਭੂ ਮਾਫੀ ਇਹਦੀ ਨਹੀਂ ਹੋਣੀ ਚਾਹੀਦੀ, ਮਾਈਨਿੰਗ ਦੀ ਨਹੀਂ ਹੋਣੀ ਚਾਹੀਦੀ ਜੀ। ਇਹ ਚਿੱਟੇ ਦੀ, ਸ਼ਰਾਬ ਮਾਫੀਆ ਤੇ ਹੋਰ ਜਿਹੜੇ ਮਾਫੀਏ ਨੇ ਇੱਥੇ ਉਹਨਾਂ ਦੀ ਵੀ ਮਤਲਬ ਕੋਈ ਨਾ ਜੀ ਲੋਕ ਹਿੱਤ ਰਿੱਟ ਪਾਈ ਜਾਵੇ। ਪੰਜਾਬ ਦਾ ਜਿਹੜਾ ਇਹ ਸਿਸਟਮ ਚੱਲ ਰਿਹਾ ਨਾ ਜੀ, ਗੁੰਡਾ ਮਾਫੀਆ, ਸਿਆਸੀ ਗੁੰਡਾ ਮਾਫੀਆ, ਇਸੇ ਨੱਥ ਪਾਈ ਜਾਵੇ। ਔਰ ਇਹਦੀ ਗੱਲ ਸਹੀ ਹੈ ਜੀ, ਜਦ ਤੱਕ ਪੰਜਾਬ ਦੇ ਲੋਕ ਆਪ ਸੁਚੇਤ ਨਹੀਂ ਹੋਣਗੇ ਇਹ ਮਾਫੀਏ ਹੋਰ ਪੈਦਾ ਹੋਣਗੇ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ। ਤੇ ਅਗਲੇ ਕਾਲਰ ਦਾ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਲੋਕ ਸੌਰੀ ਯਾਰ, ਇਹ ਬੰਦੇ ਜਿੱਦਾਂ ਫੇਸ ਤੋਂ ਲੱਗਦੇ ਆ ਤਾਂ ਜਾਂ ਜਿੰਨੀ ਇਹਨਾਂ ਦੇ ਕੋਲ ਪ੍ਰਾਪਰਟੀ ਆ ਰਾਜਾ ਸਾਹਿਬ ਦੇ ਕੋਲ ਜਾਂ ਬਾਦਲਾਂ ਕੋਲ ਜਾਂ ਬਾਕੀ ਮਿਨਿਸਟਰਾਂ ਦੇ ਕੋਲ, ਯਾਰ ਇਹ ਲੱਗਦੇ ਨੇ ਵੀ ਇੰਨੀ ਭੁੱਖ ਨੰਗ ਦੇ ਮਾਰਿਓ ਆ ਵੀ ਜਿੰਨੀ ਇਹ ਹਰ ਗੱਲ ਦੇ ਉੱਤੇ ਕਰਪਸ਼ਨ ਸਾਡਾ ਹੀ ਬਣ ਜਵੇ, ਸਾਡਾ ਹੀ ਬਣ ਜਵੇ। ਯਾਰ ਇਹ ਜਾਂ ਤਾਂ ਅਸੀਂ ਚੁਣਨੇ ਵਾਲੇ ਬੜੇ ਨਿਕੰਮੇ ਆ ਤੇ ਜਾਂ ਇਹਨਾਂ ਨੂੰ ਰੱਜ ਹੈ ਨਹੀਂ, ਪਰ ਇਹਨਾਂ ਦੇ ਫੇਸ ਸ਼ਕਲਾਂ ਦੇਖ ਕੇ ਤਾਂ ਇਹ ਬਹੁਤ ਰਜਵਾੜੇ ਲੱਗਦੇ ਆ। ਤਾਂ ਕੰਮ ਏਦਾਂ ਦੇ ਨਿਕੰਮੇ ਕਰਦੇ ਹਨ ਬਈ ਹਰ ਚੀਜ਼ ਦੇ ਵਿੱਚ ਹੇਰਾ ਫੇਰੀ, ਹਰ ਗੱਲ ਦੇ ਵਿੱਚ ਹੇਰਾ ਫੇਰੀ। ਬੜੀ ਸ਼ਰਮ ਆਉਂਦੀ ਕਈ ਵਾਰੀ ਸੁਣ ਕੇ ਤਾਂ ਦੇਖ ਕੇ, ਯਾਰ ਅਸੀਂ ਕਿਹਨਾਂ ਨੂੰ ਚੁਣ ਲਿਆ। ਇਹ ਦੇਖਣ ਨੂੰ ਤਾਂ ਏਦਾਂ ਦੇ ਲੱਗਦੇ ਆ, ਪਿੱਛੋਂ ਇਹ ਕੀ ਹੈਗੇ ਆ। ਬੜਾ ਯਾਰ ਕਈ ਵਾਰੀ ਮਨ ਖਰਾਬ ਹੁੰਦਾ। ਸੌਰੀ ਫॉर दैट ਫॉर ਜਿਹੜੇ ਬੰਦੇ ਇੱਥੇ ਪੰਜਾਬ ਚ ਇੰਡੀਆ ਚ ਰਹਿੰਦੇ ਆ ਨਾ ਜੀ, ਆਈ ਡੋਨਟ ਨੋ, ਪਤਾ ਨਹੀਂ ਉਹ ਕਿੱਦਾਂ ਇਹਨਾਂ ਨੂੰ ਹੈਂਡਲ ਕਰਦੇ ਆ ਤੇ ਕਿੱਦਾਂ ਇਹਨਾਂ ਨੂੰ ਮੁੜ ਕੇ ਫੇਰ ਚੁਣ ਲੈਂਦੇ, ਮੁੜ ਕੇ ਫੇਰ ਵੋਟਾਂ ਪਾਉਂਦੇ। ਸੌਰੀ ਫॉर दैट। ਥੈਂਕ ਯੂ। ਧੰਨਵਾਦ ਜੀ ਬਹੁਤ ਬਹੁਤ ਜੀ। ਤੁਸੀਂ ਸਾਡੇ ਨਾਲ ਜੁੜੀ ਆਪਣੀ ਗੱਲ ਰੱਖੀ, ਧੰਨਵਾਦ ਬਹੁਤ ਬਹੁਤ ਤੁਹਾਡਾ। ਅਗਲੇ ਕਾਲਰ ਦਾ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਹੈਲੋ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਤੁਹਾਡੇ ਚੈਨਲ ਦੀ ਆਵਾਜ਼ ਨਹੀਂ ਆ ਰਹੀ ਮੇਰੇ ਟੀਵੀ ਤੇ। ਤੁਸੀਂ ਟੈਲੀਵਿਜ਼ਨ ਦੀ ਆਵਾਜ਼ ਘਟਾ ਦਿਓ ਜੀ, ਤੁਸੀਂ ਫੋਨ ਦੇ ਜ਼ਰੀਏ ਹੀ ਸਾਡੇ ਨਾਲ ਗੱਲ ਕਰੋ। ਨਹੀਂ ਪਰ ਮੈਨੂੰ ਮੇਰੇ ਖਿਆਲ ਦੇ ਵਿੱਚ ਜਿਹੜਾ ਰਾਬਤਾ ਨਹੀਂ ਬਣ ਪਾ ਰਿਹਾ, ਤੇ ਮੈਂ ਬਾਰੀ-ਬਾਰੀ ਇੱਕੋ ਹੀ ਗੱਲ ਕਹਿੰਦੀ ਹੁੰਦੀ ਹਾਂ ਕਿ ਤੁਸੀਂ ਜਦੋਂ ਵੀ ਸਾਡੇ ਨਾਲ ਗੱਲਬਾਤ ਕਰਨੀ ਹੈ ਤਾਂ ਤੁਸੀਂ ਫੋਨ ਦੇ ਜ਼ਰੀਏ ਕਰਨੀ ਹੈ ਜੀ। ਟੈਲੀਵਿਜ਼ਨ ਦੀ ਆਵਾਜ਼ ਹੈ ਜਿਹੜੀ ਉਹ ਘੱਟ ਕਰ ਦਿਆ ਕਰੋ। ਤੇ ਵੇਲੇ ਇੱਕ ਛੋਟੀ ਜਿਹੀ ਬ੍ਰੇਕ ਦਾ ਹੋ ਚੱਲਿਆ, ਜਾਣਾ ਤੁਸੀਂ ਕਿਤੇ ਨਹੀਂ, ਇਸੇ ਹੀ ਟੌਪਿਕ ਤੇ ਆਪਾਂ ਬਣੇ ਰਹਾਂਗੇ। ਮਿਲਦਾ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਲਾਈਵ। ਤੁਸੀਂ ਵੀ ਬਣੇ ਹੋਏ ਹੋ ਸਾਡੇ ਨਾਲ। ਬ੍ਰੇਕ ਦੇ ਵਿੱਚ ਹੀ 2 ਕਾਲਰ ਨੇ ਜਿਹੜੇ ਸਾਡੇ ਨਾਲ ਮਿਲ ਗਏ ਸੀਗੇ ਤੇ ਸਟਾਰਟਿੰਗ ਦੇ ਵਿੱਚ ਹੀ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ, ਫਿਰ ਅਸੀਂ ਆਪਣੀ ਗੱਲ ਹੈ ਜਿਹੜੀ ਉਹ ਜਾਰੀ ਰੱਖਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ ਜੀ
ਇਹ ਕਹਿਣਾ ਚਾਹੁੰਦਾ ਵੀ ਜਦੋਂ ਇਹ ਜ਼ਿਆਦਾ ਲੁੱਟ ਮਚਾ ਦਿੰਦੇ ਨੇ ਨਾ ਜੀ ਉਦੋਂ ਫਿਰ ਰੌਲਾ ਪੈ ਜਾਂਦਾ। ਜਦੋਂ ਰੌਲਾ ਪੈ ਜਾਂਦਾ ਫਿਰ ਖਾਲਿਸਤਾਨ ਦੇ ਝੰਡੇ ਆ ਜਾਂਦੇ ਆ ਜੀ, ਫਿਰ ਟਰੈਕਟਰ ਦੇ ਪੋਸਟਰ ਲੱਗ ਜਾਂਦੇ ਆ ਜੀ ਲੋਕਾਂ ਦਾ ਧਿਆਨ ਘਮਾਉਣ ਵਾਸਤੇ। ਜਿਵੇਂ ਹੁਣ 120 ਬੰਦਾ ਮਰ ਗਿਆ, ਉਹਦੇ ਧਿਆਨ ਘਮਾਉਣ ਵਾਸਤੇ ਖਾਲਿਸਤਾਨ ਦੇ ਝੰਡੇ ਲੱਗ ਗਏ ਜੀ। ਬਹੁਤ ਬੁਰਾ ਹਾਲ ਹੋ ਗਿਆ। ਖਾਲਿਸਤਾਨ ਆ ਗਿਆ ਜੀ, ਬਸ ਮੋਗੇ ਤਾਂ ਪਹੁੰਚ ਗਿਆ ਜੀ, ਜਹਾਜ਼ ਉਤਰ ਗਿਆ ਜੀ। ਫਟਾਫਟ ਕਹਿੰਦੇ ਹੁਣ ਜਥੇਦਾਰ ਨੂੰ ਗੋਲੀ ਮਾਰ ਦਿਓ ਜੀ। ਵੀ ਮਤਲਬ ਸਾਰੇ ਲੋਕਾਂ ਨੂੰ ਬਦਨਾਮ ਕਰਕੇ ਆਪਣਾ ਰਾਜ ਕਰਦੇ ਨੇ ਸਰ। ਤੇ ਲੋਕਾਂ ਨੂੰ ਲੜ ਰਹਿਣਾ ਚਾਹੀਦਾ ਪਿੰਡਾਂ ਦੇ ਵਿੱਚ। ਤੇ ਜਦੋਂ ਕੋਈ ਖਾਲਿਸਤਾਨ ਦਾ ਝੰਡਾ ਚੜਾਉਣਾ ਉਹਦਾ ਢਾਹ ਨੂੰ ਫੜ ਕੇ, ਉਹ ਸਾਰੇ ਬੰਦੇ ਇਹਨਾਂ ਦੇ ਹੀ ਨੇ। ਉਹ ਇਹ ਸਾਰੇ ਬੰਦੇ ਇਹਨਾਂ ਦੇ ਸਰਕਾਰਾਂ ਆਪ ਹੀ ਕਰਾਉਂਦੀਆਂ ਨੇ। ਸਰ ਇੱਕ ਤੁਹਾਨੂੰ ਮੈਂ ਬੜੀ ਇੰਟਰਸਟਿੰਗ ਗੱਲ ਦੱਸਦਾ, ਜਦੋਂ ਰਾਮ ਮੰਦਿਰ ਦਾ ਆਪਣਾ ਨੀਂਹ ਪੱਥਰ ਧਰਿਆ ਨਾ, ਇੱਕ ਮੌਲਵੀ ਸੀਗਾ ਮੇਰੇ ਕੋਲ ਖੜਾ। ਮੈਂ ਕਿਹਾ ਮੌਲਵੀ ਸਾਹਿਬ ਤੁਸੀਂ ਤਾਂ ਬੰਬ ਧਮਾਕੇ ਬਹੁਤ ਕਰਦੇ ਹੋ। ਮੈਂ ਵੀ ਹੁਣ ਕੀਤਾ ਨਹੀਂ। ਕਹਿੰਦਾ ਇਹ ਮੇਰੇ ਹਜ਼ੂਰ, ਕਹਿੰਦਾ ਜਬ मालिक को जरूरत होगी वो बम धमाका भी करवा लेगा। कहना खुद ही करवाते हैं, जहाँ इनको जरूरत होती है खुद ही धमाका कराते हैं, खुद ही लोगों को मरवाते हैं, दूसरे को बदनाम करते हैं। कहना यहाँ इनको जरूरत नहीं, यहाँ नहीं करवाएंगे ये। कहना इनकी हाथ में है। ये सर सारे इन्हों के बंदे ने किते झंडा चढ़ाता, किते पोस्टर लाते, किते कुछ लाता, किते कुछ लाता। लोगों को बदनाम करके, लोगों को मार के, लोगों के बच्चों को मार के ये राज करने वाले बंदे ने। लोगों को लट लाना पऊगा। ਜਿਹੜੇ ਆ ਕੇ ਦੰਦੇ ਨਾ ਵੀ ਖਾਲਿਸਤਾਨ ਆ ਗਿਆ ਜੀ, ਜਥੇਦਾਰ ਨੇ ਇਹ ਕਹਿਤਾ। ਇਹ ਸਭ ਮਿਲੇ ਹੋਏ ਨੇ। ਇਹਨਾਂ ਨੂੰ ਰਾਜ ਚਾਹੀਦਾ, ਲੋਕਾਂ ਵਾਲਿਆਂ ਨੂੰ ਕੋਈ ਮਤਲਬ ਨਹੀਂ। ਇਹਨਾਂ ਨੇ ਲੋਕਾਂ ਦੇ ਗਰਾਊਂਡ ਲੈਵਲ ਦੀ, ਲੋਕਾਂ ਦੇ ਹੱਕ ਦੀ, ਲੋਕਾਂ ਦੀ ਨੌਕਰੀ ਦੀ, ਲੋਕਾਂ ਦੀ ਪੜ੍ਹਾਈ ਦੀ, ਲੋਕਾਂ ਦੇ ਬੱਚਿਆਂ ਦੇ ਸਕੂਲਾਂ ਕਾਲਜਾਂ ਦੀ ਇਹਨਾਂ ਨੇ ਕੋਈ ਗੱਲ ਨਹੀਂ ਕਰਨੀ। ਇਹਨਾਂ ਨੇ ਇਹ ਗੱਲਾਂ ਕਰਕੇ ਲੋਕਾਂ ਨੂੰ ਲੁੱਟਣਾ, ਇਹ ਲੋਕਾਂ ਨੂੰ ਸਮਝਣਾ ਚਾਹੀਦਾ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਅਗਲੇ ਕਾਲਰ ਦਾ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਹਾਂ ਬੇਟਾ, ਮੈਂ ਬੇਨਤੀ ਕਰਨੀ ਆ। ਜੀ ਜੀ ਜੀ। ਹਾਂ ਬੇਟਾ ਦੇਖੋ, ਪਹਿਲਾਂ ਤਾਂ ਕਾਰ ਸੇਵਾ ਵਾਲੇ ਬਾਬਿਆਂ ਨੇ ਨਾ 1500-1600 ਨਵਾਂ ਗੁਰਦੁਆਰਾ ਢਾਇਆ ਜੀ। ਕਿੰਨਾ ਬੇਟਾ ਰੇਤਾ ਖਰਾਬ ਹੋਇਆ, ਕਿੰਨੀ ਸਟੀਲ ਖਰਾਬ ਹੋਈ, ਕਿੰਨਾ ਸੀਮੈਂਟ ਖਰਾਬ ਹੋਇਆ। ਤੇ ਹੁਣ ਨਾ ਬੇਟਾ ਇੱਕ ਹੋਰ ਪਿੰਡਾਂ ਚ ਟ੍ਰੈਂਡ ਚੱਲ ਪਿਆ। ਬੜੇ ਵਧੀਆ ਨਵੇਂ ਗੁਰਦੁਆਰੇ ਨਾ ਪਿੰਡਾਂ ਵਾਲੇ ਢਾਹ ਕੇ ਬਣਾਈ ਜਾਂਦੇ ਆ। ਦੇਖੋ ਬਈ ਇਹੀ ਪੈਸਾ ਜੇ ਸਾਂਭ ਕੇ ਆਹ ਬਠਿੰਡੇ ਵਾਲਾ ਥਰਮਲ ਪਲਾਂਟ ਰੈਨੋਵੇਟ ਕਰਾ ਲੈਣ ਇਕੱਠੇ ਕਰਕੇ ਪੈਸੇ, ਤੇ ਕੋਈ ਨਾ ਕੋਈ ਆਪਣਾ ਪੰਜਾਬ ਦਾ ਭਲਾ ਹੋ ਸਕਦਾ। ਤੇ ਇਹ ਨਾ ਢਿੱਲੋਂ ਸਾਹਿਬ ਅਕਾਲ ਤਖਤ ਦੇ ਜਥੇਦਾਰ ਨੂੰ ਨਾ ਇਹ ਬੈਨ ਕਰਨਾ ਚਾਹੀਦਾ ਵੀ ਕੋਈ ਬੰਦਾ ਪਹਿਲਾਂ ਮਨਜ਼ੂਰੀ ਲਵੇ, ਇੰਜੀਨੀਅਰ ਆ ਕੇ ਦੱਸਣ ਵੀ ਇਹ ਬਿਲਡਿੰਗ ਠੀਕ ਨਹੀਂ। ਨਵੇਂ ਗੁਰਦੁਆਰੇ ਵੀ ਢਾਈ ਜਾਂਦੇ ਆ ਪਿੰਡਾਂ 'ਚ, ਨਵੇਂ ਗੁਰਦੁਆਰੇ। ਇਹ ਕਰੋ ਜੀ। ਓਕੇ, ਸਤਿ ਸ਼੍ਰੀ ਅਕਾਲ। ਜੀ ਬਹੁਤ ਬਹੁਤ ਧੰਨਵਾਦ ਢਿੱਲੋਂ ਸਾਹਿਬ। ਇਹ ਇੱਕ ਨਵਾਂ ਮੁੱਦਾ ਜਿਹੜਾ ਨਿਕਲ ਕੇ ਸਾਹਮਣੇ ਆਇਆ, ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਜਿਹੜੀ ਗੱਲ ਇਹਨਾਂ ਨੇ ਕੀਤੀ ਹੈਗੀ ਹੈ, ਇਹ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਹੈਗਾ ਜੀ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਇਹਨਾਂ ਤੋਂ ਆਸਾ ਬਹੁਤ ਸੀ ਜਦੋਂ ਇਹ ਆਏ ਸੀ, ਕਿਉਂਕਿ ਚੰਗੇ ਪੜ੍ਹੇ ਲਿਖੇ ਆ, PhD ਕਰ ਰਹੇ ਨੇ। ਤਾਂ ਸਵਾਲ ਇਹ ਉੱਠਦੇ ਨੇ ਕਿ ਉਹ ਅਹੁਦੇ ਤੇ ਬੈਠਾ ਹੋਇਆ ਵਿਅਕਤੀ, ਉਹਦੇ ਪਿੱਛੇ ਇੱਕ ਜਿਹੜਾ ਸਿਆਸੀ ਪਰਿਵਾਰ ਹੈ, ਉਹਦੇ ਇਸ਼ਾਰਿਆਂ ਦੇ ਉੱਤੇ ਚੱਲਦਾ ਹੈਗਾ। ਜਦੋਂ ਤੱਕ ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਆਜ਼ਾਦਾਨਾ ਨਹੀਂ ਹੋਣਗੀਆਂ, ਉਦੋਂ ਤੱਕ ਜਿਹੜੀਆਂ ਇਹ ਸਮੱਸਿਆਵਾਂ ਨੇ, ਜਿਹੜਾ ਇਹਨਾਂ ਨੇ ਮਾਮਲਾ ਉਠਾਇਆ ਹੈਗਾ, ਅਸੀਂ ਵੀ ਬੇਨਤੀ ਕਰਦੇ ਹਾਂ ਜਥੇਦਾਰ ਸਾਹਿਬ ਨੂੰ ਕਿ ਉਹ ਇਸ ਪਾਸੇ ਵੱਲ ਧਿਆਨ ਦੇਣ। ਥਾਂ ਥਾਂ ਦੇ ਉੱਤੇ ਪੁਰਾਣੇ ਗੁਰਦੁਆਰਾ ਸਾਹਿਬਾਨਾਂ ਨੂੰ ਢਾਹ ਕੇ ਨਵੇਂ ਨਾ ਉਸਾਰਿਆ ਜਾਵੇ। ਇਹੀ ਸਰਮਾਇਆ ਸਿੱਖਿਆ ਵਾਲੇ ਪਾਸੇ ਜਾਂ ਰੁਜ਼ਗਾਰ ਵਾਲੇ ਪਾਸੇ ਮੁਹੱਈਆ ਕਰਵਾ ਦਿੱਤਾ ਜਾਵੇ ਤਾਂ ਬਹੁਤ ਵਧੀਆ ਸੀ। ਉਹਨਾਂ ਦੀ ਗੱਲ ਵਾਜਬ ਹੈ। ਅਸੀਂ ਵੀ ਜਥੇਦਾਰ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਇਸ ਦੀ ਜਦੋਂ ਵੀ ਕੋਈ ਗੁਰੂ ਘਰ ਢਾਉਣਾ ਤਾਂ ਲੋਕ ਨਿਰਮਾਣ ਵਿਭਾਗ ਦੇ ਕਿਸੇ ਸੇਵਾ ਮੁਕਤ ਇੰਜੀਨੀਅਰ ਤੋਂ ਉਹਦੀ ਰਿਪੋਰਟ ਲੈ ਲਈ ਜਾਵੇ ਕਿ ਕੀ ਇਹ ਜਿਹੜੀ ਬਿਲਡਿੰਗ ਹੈ ਅਸੁਰੱਖਿਅਤ ਹੈ, ਇਹਨੂੰ ਢਾਉਣਾ ਪੈਣਾ ਹੈਗਾ। ਜੇ ਅਸੁਰੱਖਿਅਤ ਨਹੀਂ, ਸੁਰੱਖਿਅਤ ਹੀ ਹੈਗੀ ਹੈ, ਤੇ ਫਿਰ ਮੇਰਾ ਖਿਆਲ ਹੈ ਇਹਨਾਂ ਦਾ ਜਿਹੜਾ ਸੁਝਾਅ ਆ ਉਹ ਬੜਾ ਮੂਲਵਾਨ ਹੈ ਜੀ। ਤੇ ਇਹ ਤੁਹਾਡੇ ਜਿਹੜਾ ਸਵਾਲ ਹੈ ਉਸ ਚੀਜ਼ ਦਾ ਜਵਾਬ ਵੀ ਸੀਗਾ, ਤੇ ਨਾਲ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਇਹ ਬੇਨਤੀ ਕੀਤੀ ਗਈ ਹੈ ਕਿ ਕੀ ਕਹਿਣਾ ਚਾਹੀਦਾ। ਤੇ ਹੁਣ ਆਪਾਂ ਜਿਹੜਾ ਨਜਾਇਜ਼ ਮਾਈਨਿੰਗ ਦਾ ਮਾਮਲਾ ਉਸ ਨੂੰ ਇੱਥੇ ਹੀ ਖਤਮ ਕਰਦੇ ਹਾਂ। ਤੇ ਇੱਕ ਇਹਦੇ ਨਾਲ ਰਿਲੇਟਡ ਖਬਰ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਜਗਰਾਉਂ ਦੇ ਨੇੜੇ ਜਿਹੜਾ ਇੱਕ ਪਿੰਡ ਪੈਂਦਾ ਸਤਲੁਜ ਛੀਨਾ, ਉੱਥੇ ਤੋਂ ਕੱਲ੍ਹ ਬੜੀ ਹੀ ਬੁਰੀ ਜਿਹੜੀ ਖਬਰ ਹੈ, ਦੁਖਦਾਈ ਖਬਰ ਹੈ, ਉਹ ਸਾਹਮਣੇ ਆਈ, ਜਿੱਥੇ ਕਿ 4 ਬੱਚੀਆਂ ਦੀ ਮੌਤ ਹੋ ਗਈ। ਸੁਣਨ ਦੇ ਵਿੱਚ ਇਹ ਵੀ ਆਇਆ ਕਿ ਇੱਕ ਵੀਡੀਓ ਵੀ ਸਾਡੇ ਕੋਲ ਆਈ ਜਿਸ ਦੇ ਵਿੱਚ ਇਹ ਦੱਸਿਆ ਜਾ ਰਿਹਾ ਸੀਗਾ ਕਿ ਉਹ ਬੱਚੀਆਂ ਸਵੇਰ ਦੇ ਸਮੇਂ ਜੰਗਲ ਪਾਣੀ ਲਈ ਨਿਕਲੀਆਂ ਤਾਂ 7 ਤੋਂ 10 ਸਾਲ ਉਹਨਾਂ 4 ਬੱਚਿਆਂ ਦੀ ਜਿਹੜੀ ਉਮਰ ਸੀ ਤਾਂ ਉਹਨਾਂ ਨੂੰ ਨਹੀਂ ਪਤਾ ਲੱਗਿਆ, ਕਿਉਂਕਿ ਉੱਥੇ ਜਿਹੜੇ ਟੋਏ ਸੀ ਉਹ 10-15 ਫੁੱਟ ਡੂੰਘੇ ਸੀ
ਮੀਂਹ ਦੇ ਕਾਰਨ ਉਹ ਭਰੇ ਹੋਏ ਸੀਗੇ ਪਾਣੀ ਦੇ ਨਾਲ, ਤਾਂ ਉਹ ਬੱਚੀ ਉੱਥੋਂ ਦੀ ਨਿਕਲਣ ਲੱਗੀਆਂ, ਪੈਰ ਸਲਿਪ ਹੋ ਗਿਆ ਤਾਂ ਸਾਰੀਆਂ ਦੀਆਂ ਸਾਰੀਆਂ ਚਾਰੇ ਬੱਚੀਆਂ ਦੇ ਵਿੱਚ ਡਿੱਗ ਗਈਆਂ ਤੇ ਡਿੱਗਦੀਆਂ ਦੀ ਹੀ ਮੌਤ ਹੋ ਗਈ। ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਤੇ ਇਸ ਦੇ ਵਿੱਚ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਨਜਾਇਜ਼ ਮਾਈਨਿੰਗ ਦੀ ਭੇਟ ਹੈ ਜਿਹੜੀਆਂ ਉਹ ਚਾਰੇ ਬੱਚੀਆਂ ਉਜੜ ਗਈਆਂ। ਤੇ ਇਹ ਕਾਲਰ ਨੇ ਜੀ, ਆਪਾਂ ਉਹ ਵੀ ਲੈ ਲਈਏ, ਉਹਨਾਂ ਨਾਲ ਵੀ ਗੱਲਬਾਤ ਕਰ ਲਈਏ, ਫਿਰ ਆਪਾਂ ਅਗਲਾ ਮਾੜੀ ਖਬਰ ਹੈ ਜੀ, ਮਾੜੀ ਸਾਡੇ ਪ੍ਰਸ਼ਾਸਨ ਦਾ ਜਿਹੜਾ ਹੈਗਾ ਉਹਨਾਂ ਦੀਆਂ ਜ਼ਿੰਮੇਵਾਰੀਆਂ, ਉਹ ਜ਼ਿੰਮੇਵਾਰੀਆਂ ਕਿਉਂ ਨਹੀਂ ਨਿਭਾਉਂਦੇ। ਬਹੁਤ ਸਾਰੇ ਸਾਡੇ ਉਹ ਕੰਮ ਵੀ ਨੇ ਕਿ ਬੋਰਡ ਲੱਗੇ ਹੁੰਦੇ ਨੇ ਇੱਥੇ ਆ ਔਰ ਸਰਕਾਰੀ ਇਮਾਰਤਾਂ, ਸਰਕਾਰੀ ਮਸ਼ੀਨਰੀ, ਸਰਕਾਰੀ ਸਾਰਾ ਕੁਝ ਅਸੀਂ ਬੇਕਿਰਕੀ ਨਾਲ ਕਰ ਰਹੇ ਹਾਂ। ਜੇ 1967 ਜਦੋਂ 66 'ਚ ਸੂਬਾ ਬਣਿਆ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਦੇਖ ਲਈਏ, ਸਿਰਫ ਤੇ ਸਿਰਫ ਅਜੇ ਤੱਕ ਗਲੀਆਂ ਨਾਲੀਆਂ ਪੱਕੀਆਂ ਕਰਨ ਤੋਂ ਅੱਗੇ ਅਸੀਂ ਨਹੀਂ ਤੁਰੇ। ਕੋਈ ਦੂਰ ਦੀ ਯੋਜਨਾ ਹੋਣੀ ਚਾਹੀਦੀ ਹੈ। ਇਹ ਪੈਸਾ ਜਿਹੜਾ ਖਰਬਾਂ ਦੇ ਰੂਪ ਦੇ ਵਿੱਚ ਗਲੀਆਂ ਨਾਲੀਆਂ ਹੀ ਪੱਟ ਲੈਂਦੇ ਨੇ। ਪਟਿਆਲੇ ਦੇ ਵਿੱਚ ਵੀ ਜਦੋਂ ਨਵੀਂ ਸਰਕਾਰ ਆਈ ਸੀ ਉਹੀ ਟੈਲਾਂ ਫੇਰ ਪੱਟ ਲਈਆਂ, ਉੱਥੇ ਟੈਲਾਂ ਤੇ ਟੈਲਾਂ ਲਾਈਆਂ ਜਾ ਰਹੀਆਂ। ਜੇ ਕੱਚੀਆਂ ਜਗ੍ਹਾ ਸੀ ਜਿਨ੍ਹਾਂ ਨੇ ਪਾਣੀ ਸੋਕਣਾ ਸੀ ਉਹਨਾਂ ਨੂੰ ਦੀ ਥਾਂ ਦੇ ਉੱਤੇ ਅਸੀਂ ਟੈਲਾਂ ਤੇ ਟੈਲਾਂ ਲਾ ਰਹੇ ਹਾਂ। ਔਰ ਟੈਲਾਂ ਬਾਰੇ ਸਵਾਲ ਵੀ ਉੱਠਦੇ ਨੇ ਕਿ ਇਹ ਟੈਲਾਂ ਵਾਰ-ਵਾਰ ਕਿਉਂ ਲਾਈਆਂ ਜਾ ਰਹੀਆਂ ਨੇ, ਇਹਨਾਂ ਦੀ ਸਰਪ੍ਰਸਤੀ ਕੌਣ ਕਰ ਰਿਹਾ ਹੈਗਾ। ਇਹ ਆਪਣੇ ਆਪ ਦੇ ਵਿੱਚ ਸਵਾਲ ਨੇ। ਸੋ ਇਸ ਤਰ੍ਹਾਂ ਦੇ ਸਵਾਲ ਆ। ਜਿਹੜੀਆਂ ਉਹ 4 ਬੱਚੀਆਂ, ਸਾਡੀ ਉਹਨਾਂ ਨਾਲ ਹਮਦਰਦੀ ਹੈ, ਉਹਨਾਂ ਦੇ ਮਾਪਿਆਂ ਦੇ ਨਾਲ। ਭਾਵੇਂ ਜਿਹੜਾ ਇਸ ਤਰ੍ਹਾਂ ਖੇਤਾਂ ਦੇ ਵਿੱਚ ਜਾਂ ਬਾਹਰਲੇ ਪਾਸੇ ਪਖਾਨੇ ਵਾਸਤੇ ਜਾਂਦਾ ਹੈਗਾ, ਉਹਨਾਂ ਦੀ ਆਰਥਿਕ ਸਥਿਤੀ ਉਹਨਾਂ ਦੇ ਰਹਿਣ ਸਹਿਣ ਤੋਂ ਬਿਆਨ ਹੁੰਦੀ ਹੈ। ਉਹਨਾਂ ਨੂੰ ਉੱਪਰ ਚੁੱਕਣ ਵਾਸਤੇ ਕਹਿਤਾ ਮੋਦੀ ਸਾਹਿਬ ਨੇ ਵੀ ਦਿੱਤਾ ਕਿ ਸ਼ੌਚ ਮੁਕਤ ਭਾਰਤ, ਪਰ ਕਿੰਨਾ ਕੁ ਸ਼ੌਚ ਮੁਕਤ ਹੋਇਆ ਹੈਗਾ। ਇਹਦੀ ਜਿਹੜੀ ਰਿਪੋਰਟ ਹੈ ਪ੍ਰਧਾਨ ਮੰਤਰੀ ਸਾਹਿਬ ਨੂੰ ਅਗਲੇ 15 ਅਗਸਤ ਤੇ ਉਹ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ ਕਿ ਕਿਸ ਤਰੀਕੇ ਨਾਲ ਉਹ ਕਿਹੜੇ ਅੰਕੜਿਆਂ ਤੇ ਗੱਲ ਕਰ ਰਹੇ ਨੇ ਕਿ ਸ਼ੌਚ ਮੁਕਤ ਹੋ ਗਿਆ। ਹਾਲ ਤਾਂ ਲੋਕ ਜਿਹੜੇ ਫੁੱਟਪਾਥਾਂ ਤੇ ਸੁੱਤੇ ਪਏ ਨੇ, ਝੁੱਗੀਆਂ ਚੌਂਪੜੀਆਂ 'ਚ ਬੈਠੇ ਨੇ, ਉਹਨਾਂ ਕੋਲੇ ਛੱਤਾਂ ਨਹੀਂ ਹੈਗੀਆਂ। ਜੀ ਬਿਲਕੁਲ। ਤੇ ਕਾਲਰ ਨੇ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਮੇਰਾ ਨਾਮ ਮਨਜੀਤ ਸਿੰਘ ਹੈ ਤੇ ਮੈਂ NRI USA ਤੋਂ ਬੋਲ ਰਿਹਾ ਜੀ। ਜੀ ਜੀ ਜੀ, ਬਹੁਤ ਸਵਾਗਤ ਜੀ। ਤੁਹਾਡੇ ਸਾਰੇ ਪ੍ਰੋਗਰਾਮ ਬੜੇ ਚੰਗੇ ਲੱਗਦੇ ਆ ਜੀ। ਤੇ ਅੱਜ ਚੈਨਲ ਤੇ ਐਕਚੁਅਲੀ ਮੈਂ ਰਿਕਾਰਡਡ ਪ੍ਰੋਗਰਾਮ ਉਹ ਭੈਣ ਜੀ ਡਾਕਟਰ ਸਾਹਿਬ ਨੇ ਹਰਸ਼ਿੰਦਰ ਕੌਰ ਜੀ ਦਾ ਵੀ ਦੇਖ ਰਿਹਾ ਸੀ, ਜਿਨ੍ਹਾਂ ਨੇ ਆਜ਼ਾਦੀ ਬਾਰੇ ਗੱਲਾਂ ਕੀਤੀਆਂ। ਬਹੁਤ ਸੋਹਣਾ ਪ੍ਰੋਗਰਾਮ ਸੀ। ਤੇ ਹੁਣ ਵੀ ਤੁਹਾਡਾ ਜਿਹੜਾ ਪ੍ਰੋਗਰਾਮ ਹੈ ਬਹੁਤ ਚੰਗਾ ਲੱਗ ਰਿਹਾ ਦੇਖਣ ਨੂੰ। ਤੇ ਮੈਂ ਤਾਂ ਇਹੀ ਗੱਲ ਕਹਿਣੀ ਚਾਹੂੰਗਾ ਵੀ ਬਹੁਤ ਜ਼ਿਆਦਾ ਭਵਿੱਖ ਦੇ ਵਿੱਚ ਬਹੁਤ ਲੰਮਾ ਸਮਾਂ ਨਹੀਂ ਹੈ ਰਹਿ ਗਿਆ ਜਦੋਂ ਅਸੀਂ ਕਹਾਂਗੇ ਵੀ ਕਿ ਇੱਕ ਪੰਜਾਬ ਹੁੰਦਾ ਸੀ, ਪੰਜਾਬੀ ਬੋਲੀ ਹੁੰਦੀ ਸੀ ਤੇ ਸਿੱਖ ਵੀ ਹੁੰਦੇ ਸੀ। ਇਹ ਸਾਰੀਆਂ ਗੱਲਾਂ ਸੀ ਹੋਣ ਵਾਲੀਆਂ ਨੇ। ਸਾਡੇ ਖਿਲਾਫ ਤਾਂ ਸਾਜ਼ਿਸ਼ ਜਿਹੜੀ ਆ ਨਾ, 15 ਅਗਸਤ ਜੇ ਕੱਲ੍ਹ ਲੰਘ ਕੇ ਗਿਆ ਉਦੋਂ 45 ਦਿਨ ਬਾਅਦ ਹੀ ਸਾਜ਼ਿਸ਼ਾਂ ਸ਼ੁਰੂ ਹੋ ਗਈਆਂ ਸੀ, ਜਦੋਂ ਪਹਿਲਾ ਸਰਕੂਲਰ ਭਾਰਤ ਦੇ ਪਹਿਲੇ ਹੋਮ ਮਿਨਿਸਟਰ ਵੱਲਭ ਭਾਈ ਪਟੇਲ, ਜਿਨ੍ਹਾਂ ਦੀ ਅੱਜ ਬੜੀ ਉੱਚੀ ਮੂਰਤੀ ਪਤਾ ਨਹੀਂ 2000 ਕਰੋੜ ਖਰਚ ਕੇ ਲਾਈ ਆ, 3300 ਕਰੋੜ ਜਾਰੀ ਕਰਤਾ ਸੀ। ਹਾਂਜੀ 3300 ਕਰੋੜ। ਹਾਂਜੀ ਹਾਂਜੀ ਸ਼ਾਇਦ 3300, ਮੈਂ ਗਲਤ ਹਾਂ। ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸਾਡੀ ਸਿੱਖ ਕੌਮ ਨੂੰ ਜਿਹੜਾ ਸੀ ਜਰਾਇਮ ਪੇਸ਼ਾ ਕਰਾਰ ਦਿੱਤਾ ਸੀ। ਇੱਕ ਜੀਓ ਸਰਕੂਲਰ ਜਾਰੀ ਕਰਤਾ ਸੀ ਜਿਹੜਾ ਕਿ ਹਰ ਜ਼ਿਲ੍ਹੇ ਦੇ DC ਨੂੰ ਭੇਜਿਆ ਜਾਂਦਾ। ਉਹ ਸਰਦਾਰ ਕਪੂਰ ਸਿੰਘ ਜੀ ਉਸ ਵੇਲੇ ਆਪਣਾ ਸ਼ਿਮਲੇ ਦੇ DC ਸੀਗੇ। ਹਾਂਜੀ। ਔਰ ਉਹਨਾਂ ਨੇ ਸਰਕੂਲਰ ਮਾਸਟਰ ਤਾਰਾ ਸਿੰਘ ਨੂੰ ਦਿਖਾਇਆ ਸੀ, ਜਿਸ ਕਰਕੇ ਰੌਲਾ ਪੈ ਗਿਆ। ਜੇ ਮੈਂ ਗਲਤ ਨਹੀਂ ਹਾਂ ਤਾਂ ਸ਼ਾਇਦ ਗੋਪੀ ਚੰਦ ਭਾਰਗਵ ਉਦੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ, ਜਿਨ੍ਹਾਂ ਨੇ ਅੱਧੀ ਰਾਤ ਆਣ ਕੇ ਸਰਦਾਰ ਕਪੂਰ ਸਿੰਘ ਨੂੰ ਡਿਸਮਿਸ ਦਾ ਆਪਣੇ ਹੱਥੀਂ ਆਰਡਰ ਫੜਾਇਆ ਸੀਗਾ। ਤੂੰ ਅੱਜ ਤੋਂ ਬਾਅਦ DC ਨਹੀਂ ਹੈਗਾ, ਤੂੰ ਇੱਕ ਸਾਡਾ ਜਿਹੜਾ ਹੈ ਕਾਨਫੀਡੈਂਸ ਸਰਕੂਲਰ ਹੁੰਦਾ ਜਿਹੜਾ ਤੂੰ ਲੀਕ ਆਊਟ ਕੀਤਾ। ਤਾਂ ਕਹਿਣ ਦਾ ਭਾਵ ਇਹ ਆ, ਉਹਨਾਂ ਨੇ ਆਪਣੀ ਕਿਤਾਬ 'ਚ ਵੀ ਬੁੱਕ 'ਚ ਵੀ ਇਹਨੂੰ ਜ਼ਰੂਰ ਲਿਖਿਆ। ਉਹਨਾਂ ਲਿਖਿਆ ਵੀ ਸਿੱਖ ਕੌਮ ਜਿਹੜੀ ਹੈ, ਸਿੱਖ ਜਿਹੜਾ ਕੌਮ ਹੈ ਜਰਾਇਮ ਪੇਸ਼ਾ ਕੌਮ ਹੈ, ਔਰ ਜਿਹੜਾ ਇਹਨਾਂ ਦਾ ਹੈਗਾ ਕ੍ਰਾਈਮ ਜਿਹੜਾ ਬਲੱਡ ਦੇ ਵਿੱਚ ਆ, ਔਰ ਇਹਨਾਂ ਤੋਂ ਅਮਨ ਪਸੰਦ ਹਿੰਦੂਆਂ ਤੋਂ ਬਹੁਤ ਜ਼ਿਆਦਾ ਖਤਰਾ ਵਾ। ਓਕੇ, ਭਾਸ਼ਾ ਦੇ ਭਾਰਤ ਦੇ ਸੂਬੇ ਬਣਾਏ ਗਏ ਜੀ। ਜਦ ਪੰਜਾਬ ਦੀ ਵਾਰੀ ਆਈ ਸਾਰੀ ਲੀਡਰਸ਼ਿਪ ਮੁੱਕਰ ਗਈ। ਸਿੱਖਾਂ ਦੀ ਜਿਹੜੀ ਹੈਗੀ ਸੀਗੀ, ਇਹਨਾਂ ਨੇ ਹਿੰਦੁਸਤਾਨ ਦੇ ਵਾਸਤੇ ਜਿਹੜੀ ਸਿੱਖਾਂ ਦੀ ਆਪਣੀ ਜਿਹੜੀ ਫੇਥਫੁਲ ਸੀਗੀ, ਜਿਹੜੀ ਇਹਨਾਂ ਦੀ ਵਫਾਦਾਰੀ ਸੀਗੀ, ਉਹਦਾ ਵੀ ਇਹਨਾਂ ਨੇ ਇੱਕ ਕੌਡੀ ਮੁੱਲ ਨਹੀਂ ਪਾਇਆ। ਇੱਕ ਕੌਡੀ ਨਹੀਂ ਮੁੱਲ ਪਾਇਆ। ਅਸੀਂ
ਸਰਹੱਦਾਂ ਦੇ ਮਰੇ ਅਸੀਂ ਜਿਹੜੇ ਹੈਗੇ ਆ ਆਪਣਾ ਜੈ ਜਵਾਨ ਜੈ ਕਿਸਾਨ ਜਿਹੜੇ ਸੀਗੇ ਸਾਰੇ ਸਿੱਖ ਸੀਗੇ। ਕਈ ਗੱਲਾਂ ਨੇ। ਉਹ ਤੋਂ ਬਾਅਦ ਖਾਲਿਸਤਾਨ ਜਿਹੜਾ ਸੀਗਾ, ਖਾਲਿਸਤਾਨ ਵੀ ਜਿਹੜਾ ਸੀ ਸੈਂਟਰ ਤੋਂ ਆ। ਇਹ ਨਾ ਸੋਚੋ ਵੀ ਖਾਲਿਸਤਾਨ ਪਾਕਿਸਤਾਨ ਤੋਂ ਆ, ਸੈਂਟਰ ਤੋਂ ਆ। ਅੱਜ ਡਰੱਗ ਜਿਹੜੀ ਆ 5-5 ਕੁਆਂਟਲ ਬਾਰਡਰ ਤੇ ਫੜੀ ਜਾ ਰਹੀ ਹੈ, ਇਹ ਪਾਕਿਸਤਾਨ ਤੋਂ ਨਹੀਂ ਆ ਰਹੀ ਹੈ। ਢਿੱਲੋਂ ਸਾਹਿਬ ਬੜੇ ਚੰਗੇ ਜਿਹੜੇ ਹੈਗੇ ਨੇ ਪੱਤਰਕਾਰ ਨੇ, ਔਰ ਜਿਹੜੇ ਡਰੋਨ ਦਿਖਾਏ ਜਾਂਦੇ ਨੇ ਕੋਈ ਪਾਕਿਸਤਾਨ ਤੋਂ ਨਹੀਂ ਆ ਰਿਹਾ, ਕੁਛ ਨਹੀਂ ਆ ਰਿਹਾ ਪਾਕਿਸਤਾਨ ਤੋਂ। ਮੈਂ ਇੱਕ ਦਿਨ ਅੱਗੇ ਵੀ ਪ੍ਰੋਗਰਾਮ ਦੇਖ ਰਿਹਾ ਸੀ, ਮੈਂ ਉਹ 'ਚ ਪਾਰਟੀਸਪੇਟ ਕੀਤਾ ਸੀਗਾ। ਉਹਦੇ ਵਿੱਚ ਪ੍ਰੋਫੈਸਰ ਮਨਜੀਤ ਸਿੰਘ ਜੀ ਸੀਗੇ, ਮੈਂ ਉਹ ਪੰਨੂ ਬਾਰੇ ਸੀਗਾ। ਮੈਂ ਅਮਰੀਕਾ 'ਚ ਰਹਿੰਦਾ, ਮੈਂ ਗੁਰਪਤਵੰਤ ਸਿੰਘ ਪੰਨੂ ਨੂੰ ਜਾਣਦਾ। ਉਹ ਸਾਡੀ ਰਾਹ ਏਜੰਸੀ ਦਾ 100% ਬੰਦਾ। ਜਿੱਦਾਂ ਜਗਜੀਤ ਸਿੰਘ ਚੌਹਾਨ ਹੁੰਦਾ ਸੀ, ਜਗਜੀਤ ਸਿੰਘ ਚੌਹਾਨ ਸਰਕਾਰ 'ਚ ਵੀ ਮੰਤਰੀ ਰਿਹਾ, ਉਹਨੂੰ ਬਕਾਇਦਾ ਸਾਡੀ ਸੈਂਟਰ ਗਵਰਨਮੈਂਟ ਨੇ ਖਾਲਿਸਤਾਨ ਦਾ ਪ੍ਰੈਜ਼ੀਡੈਂਟ ਬਣਾ ਕੇ ਔਰ ਇੰਗਲੈਂਡ 'ਚ ਭੇਜਿਆ, ਉਹਨੂੰ ਦਿੱਤੇ, ਉਹਨੂੰ ਸਭ ਦਿੱਤਾ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣੀਆਂ ਜਿਹੜੀਆਂ ਗੱਲਾਂ ਨੇ ਉਹ ਰੱਖੀਆਂ। ਅਗਲੇ ਕਾਲਰ ਦਾ ਸਵਾਗਤ ਕਰਾਂਗੇ ਜੀ। ਸਮਾਂ ਸਾਡੇ ਕੋਲ ਬਹੁਤ ਘੱਟ ਰਹਿ ਗਿਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ। ਢਿੱਲੋਂ ਸਾਹਿਬ, ਨਵਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ ਹਾਂਜੀ ਹਾਂਜੀ, ਤੁਸੀਂ ਆਉਣੇ ਹੋ ਜੀ। ਮੈਮ ਗੱਲ ਇਹ ਹੈ ਕਿ ਜਿਹੜੀ ਨਜਾਇਜ਼ ਮਾਈਨਿੰਗ ਦੀ ਗੱਲ ਹੋ ਰਹੀ ਹੈ ਉਹ ਸਿੱਧੂ, ਤੁਸੀਂ ਟੈਲੀਵਿਜ਼ਨ ਦੀ ਆਵਾਜ਼ ਹੈ ਜਿਹੜੀ ਉਸ ਨੂੰ ਘਟਾ ਦਿਓ ਜੀ, ਤੇ ਤਾਂ ਕਿ ਸਾਡੇ ਨਾਲ ਤੁਹਾਡੀ ਗੱਲ ਹੈ ਜਿਹੜੀ ਪ੍ਰੋਪਰ ਹੋ ਪਾਵੇ। ਮੈਨੂੰ ਲੱਗਦਾ ਜਿਹੜੀ ਕਾਲ ਹੈ ਡ੍ਰੌਪ ਹੋ ਗਈ ਹੈ, ਕਿਉਂਕਿ ਅਕਸਰ ਮੈਂ ਇਹੀ ਦਰਸ਼ਕਾਂ ਨੂੰ ਵਾਰ-ਵਾਰ ਬੇਨਤੀ ਕਰਦੀ ਹਾਂ ਕਿ ਟੈਲੀਵਿਜ਼ਨ ਦੀ ਆਵਾਜ਼ ਘਟਾ ਦਿਆ ਕਰੋ ਜਾਂ ਫਿਰ ਬੰਦ ਕਰ ਦਿਆ ਕਰੋ, ਤਾਂ ਕਿ ਸਾਡੀ ਆਪਣੇ ਜਿਹੜੀ ਗੱਲ ਆ ਉਹ ਹੋ ਪਾਵੇ। ਤੇ ਐਨੀਵੇ ਜਿਹੜੀਆਂ ਇਹ ਗੱਲਾਂ ਸੀਗੀਆਂ ਇਹ ਚੱਲ ਰਹੀਆਂ ਸੀ। ਤੇ ਹੁਣ ਜੇ ਅਸੀਂ ਗੱਲ ਕਰਾਂਗੇ ਤਾਂ ਕੱਲ੍ਹ ਦੀ ਹੀ ਇੱਕ ਹੋਰ ਢਿੱਲੋਂ ਸਾਹਿਬ ਜਿਹੜੀ ਖਬਰ ਆ ਤੇ ਅੰਮ੍ਰਿਤਸਰ ਦੀ ਸਾਹਮਣੇ ਆਈ ਹੈ, ਜਿੱਥੇ ਕਿ ਜਗਦੀਸ਼ ਟਾਈਟਲਰ ਦਾ ਜਿਹੜਾ ਜਨਮ ਦਿਨ ਸੀਗਾ, ਤੇ ਉੱਥੋਂ ਦੇ ਇੱਕ ਕਾਂਗਰਸ ਦੇ ਹੀ ਇੱਕ ਲੀਡਰ ਨੇ ਜਿਨ੍ਹਾਂ ਨੇ ਕੀ ਕੀਤਾ ਕਿ ਉਹਨਾਂ ਦੇ ਜਨਮ ਦਿਨ 'ਤੇ ਉਹਨਾਂ ਦੀ ਫੋਟੋਆਂ ਪੋਸਟਰ ਲਗਾ ਕੇ, ਉਹਨਾਂ ਦੀ ਫੋਟੋ ਲਗਾ ਕੇ ਉਸ ਨੂੰ ਵਧਾਈ ਦਿੱਤੀ ਗਈ। ਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਦਾ ਉੱਥੇ ਇਕੱਠ ਹੋ ਗਿਆ, ਪੋਸਟਰ ਤੇ ਕਾਲਖ ਮਲੀ ਗਈ। ਤਾਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਕਿ ਜਿਹੜਾ ਕਿ ਜਿਨ੍ਹਾਂ ਨੇ ਦੰਗੇ ਕਰਵਾਏ, ਦੰਗਿਆਂ ਦੇ ਜਿਹਦਾ ਹੱਥ ਸੀਗਾ, ਉਸ ਨੂੰ ਅਸੀਂ ਫੋਟੋ ਨਹੀਂ ਲੱਗਣ ਦੇਵਾਂਗੇ ਜਾਂ ਫਿਰ ਇਹ ਸਭ ਕੁਛ ਨਹੀਂ ਕਰਨਾ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ 1984 ਦੇ ਜਿਹੜੇ ਸਿੱਖ ਵਿਰੋਧੀ ਕਤਲੇਆਮ ਸੀ, ਉਹਦੇ ਵਿੱਚ ਜਗਦੀਸ਼ ਟਾਈਟਲਰ ਦਾ ਹੱਥ ਹੋਣਾ ਦੋਸ਼ ਲੱਗ ਰਹੇ ਨੇ ਜੀ। ਹਾਲੇ ਤੱਕ ਕੇਸ ਚੱਲ ਰਹੇ ਨੇ ਤੇ ਉਹਨਾਂ ਨੂੰ ਕਿਸੇ ਅਦਾਲਤ ਵੱਲੋਂ ਅਜੇ ਕੋਈ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ। ਪਰ ਜਗਦੀਸ਼ ਟਾਈਟਲਰ ਦਾ ਪੰਜਾਬ ਨਾਲ ਕੀ ਸੰਬੰਧ ਹੈ? ਜਿਹੜੀ ਸਾਡੇ ਕਾਲਰ ਸਾਹਿਬਾਨ ਨੇ ਗੱਲ ਕੀਤੀ ਕਿ ਜਦੋਂ ਕੋਈ ਮੁੱਦਾ ਭਾਰੂ ਹੋ ਜਾਵੇ, ਇਹ ਸਰਕਾਰੀ ਏਜੰਸੀਆਂ ਉਹ ਮੁੱਦੇ ਤੋਂ ਧਿਆਨ ਹਟਾਉਣ ਦੀ ਖਾਤਰ ਇੱਕ ਨਵਾਂ ਮੁੱਦਾ ਪੈਦਾ ਕਰ ਦਿੰਦੀਆਂ ਨੇ। ਕਦੇ ਖਾਲਿਸਤਾਨ ਦੇ ਝੰਡੇ ਆ ਜਾਂਦੇ ਨੇ। ਜੇ ਮਾਣਯੋਗ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਖਾਲਿਸਤਾਨ ਦੀ ਮੰਗ ਕਰਨਾ ਕੋਈ ਗੈਰ ਕਾਨੂੰਨੀ ਨਹੀਂ, ਇਹਨਾਂ ਨੂੰ ਅਸੀਂ ਬਾਰ-ਬਾਰ ਤੂਲ ਕਿਉਂ ਦੇ ਰਹੇ ਹਾਂ? ਅੱਜ ਜੇ ਕੋਈ ਖਾਲਿਸਤਾਨ ਦਾ ਝੰਡਾ ਲਹਿਰਾਉਂਦਾ, ਕੱਲ੍ਹ ਨੂੰ ਕਿਸੇ ਹੋਰ ਦਾ ਝੰਡਾ ਲਹਿਰਾਉਂਦਾ, ਲਹਿਰਾਈ ਜਾਵੇ। ਇਹਨਾਂ ਨੂੰ ਅਸੀਂ ਤੂਲ ਕਿਉਂ ਦਿੰਦੇ ਆ? ਤੇ ਫਿਰ ਜਿਹੜੀਆਂ ਸਾਡੀਆਂ ਏਜੰਸੀਆਂ ਸ਼ੁਰੂ ਕਰਦੀਆਂ ਨੇ। ਹੁਣ ਜਿਹੜਾ ਇਹ ਕਮਲਜੀਤ ਸਿੰਘ ਗਿੱਲ ਹੈ, ਇਹ ਕਹਿੰਦੇ ਕਾਂਗਰਸ ਨਾਲ ਸੰਬੰਧਿਤ ਹੈ। ਇਹਦੇ ਜੇ ਕੱਲ੍ਹ ਦਾ ਇਹਨੇ ਮਾਹੌਲ ਖਰਾਬ ਨਾ ਕੀਤਾ ਜਾਵੇ, ਉਹਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਵੀ ਅਪਸ਼ਬਦ ਬੋਲੇ ਨੇ। ਇਹ ਹੁੰਦਾ ਕੌਣ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲਾ? ਇਸ ਦਾ ਸਰਕਾਰਾਂ ਨੂੰ, ਇਸ ਤਰ੍ਹਾਂ ਦੇ ਆਗੂਆਂ ਨੂੰ, ਜੇ ਉਹ ਕਾਂਗਰਸੀ ਆਗੂ ਹੈ ਤਾਂ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਇਹ 'ਤੇ ਜਵਾਬ ਦੇਣਾ ਚਾਹੀਦਾ ਹੈ। ਜੇ ਉਹਨੇ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ, ਮਤਲਬ ਅਸੀਂ ਜਿਹੜਾ ਸੁੱਖ ਸ਼ਾਂਤੀ ਵਾਲਾ ਮਾਹੌਲ ਹੈ, ਜੇ ਅਸੀਂ ਜਗਦੀਸ਼ ਟਾਈਟਲਰ ਦੀਆਂ ਗੱਲਾਂ ਕਰਾਂਗੇ, ਕੱਲ੍ਹ ਨੂੰ ਕੋਈ ਸੱਜਣ ਕੁਮਾਰ ਦਾ ਜਨਮ ਦਿਨ ਮਨਾਏਗਾ, ਪਰਸੋਂ ਕਿਸੇ ਹੋਰ ਦਾ ਮਨਾਏਗਾ, ਜਿਨ੍ਹਾਂ ਦੇ ਨਾਲ ਮਾਹੌਲ ਖਰਾਬ ਹੁੰਦੇ ਹੋਣ, ਇਸ ਤਰ੍ਹਾਂ ਦੀਆਂ ਕਾਰਵਾਈਆਂ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ, ਭਾਵੇਂ ਉਹ ਕੋਈ ਵੀ ਹੋਵੇ। ਮੈਂ ਬੜੇ ਸਪਸ਼ਟ ਸ਼ਬਦਾਂ 'ਚ ਕਹਿਣਾ ਕਿ ਜੇ ਉਹਨੇ ਉਲੰਘਣਾ ਕੀਤੀ ਹੈ, ਮਾਹੌਲ ਖਰਾਬ ਕਰਨ ਦਾ ਯਤਨ ਕੀਤਾ, ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਕੋਲ ਗ੍ਰਹਿ ਵਿਭਾਗ ਆ, ਇਸ ਦੇ ਖਿਲਾਫ ਕਾਰਵਾਈ ਦਾ ਮਤਲਬ ਕਰਨਾ ਚਾਹੀਦਾ ਹੈ। ਅਸੀਂ ਪੰਜਾਬ ਦੀ ਆਬੋ ਹਵਾ ਨੂੰ ਬਚਾ ਕੇ ਰੱਖੀਏ। ਪੰਜਾਬ ਪਹਿਲਾਂ ਹੀ ਬਹੁਤ ਪਛੜ ਗਿਆ ਹੈਗਾ। ਇਹ ਖੜਕੂਬਾਦ ਤੋਂ ਪਹਿਲਾਂ ਜਿੱਦਾਂ ਜਿਹੜਾ ਸਮਾਂ ਸੀਗਾ, ਬੜਾ ਛੋਟਾ ਕਰਜ਼ਾ ਹੁੰਦਾ ਸੀ ਸਾਡੇ 'ਤੇ, ਉਦੋਂ ਬਾਅਦ ਲਗਾਤਾਰ ਵੱਧ ਗਿਆ। ਜਿਨ੍ਹਾਂ ਨੇ 5 ਵਾਰੀ ਮੁੱਖ ਮੰਤਰੀ ਦੀ ਕੁਰਸੀ ਪ੍ਰਾਪਤ ਕੀਤੀ, 1990 ਤੋਂ ਬਾਅਦ ਜਦੋਂ ਬੇਅੰਤ ਸਿੰਘ ਹੋਰਾਂ ਦੀ ਸਰਕਾਰ ਆਈ, ਸਵਰਗਵਾਸੀ ਮੁੱਖ ਮੰਤਰੀ ਨੇ ਜਿਹੜੇ, ਉਹਨਾਂ ਦੇ ਵੇਲੇ ਬਾਦਲ ਸਾਹਿਬ ਕਿਹਾ ਕਰਦੇ ਸੀ ਕਿ ਅਸੀਂ ਇੱਕ ਸਫੈਦ ਪੇਪਰ ਜਾਰੀ ਕਰਾਂਗੇ, ਕਮਿਸ਼ਨ ਬਹਾਵਾਂਗੇ ਜਿਹੜਾ ਇਹ ਪਤਾ ਲਾਏਗਾ ਕਿ ਅੱਤਵਾਦ ਆਇਆ ਕਿਉਂ।
ਅੱਤਵਾਦ ਕਿਉਂ ਆਇਆ? ਤੁਸੀਂ ਤਾਂ ਕਮਿਸ਼ਨ ਨਹੀਂ ਬਹਾਇਆ। ਜਦੋਂ ਬਾਦਲ ਸਾਹਿਬ ਸਰਕਾਰ 'ਚ ਆ ਗਏ 1997 'ਚ, ਅਸੀਂ ਸਵਾਲ ਪੁੱਛੇ, ਉਹ ਕਾਕਾ 'ਚ ਰਹਿਣ ਦਿਓ, ਪੰਜਾਬ ਨੂੰ ਵਸਦਾ ਰਹਿਣ ਦਿਓ। ਅਸੀਂ ਕਿਹਾ ਵੀ ਅਸੀਂ ਤਾਂ ਨਹੀਂ ਕਿਹਾ, ਮੰਗਿਆ ਤਾਂ ਤੁਸੀਂ ਸੀਗਾ ਵੀ ਅਸੀਂ ਜਾਂਚ ਕਰਾਵਾਂਗੇ ਅਤੇ ਉਹਦੇ ਜਿਹੜੇ ਦੋਸ਼ੀ ਨੇ ਉਹਨਾਂ ਬਾਰੇ ਦੱਸਿਆ ਜਾਵੇਗਾ। ਕਿਸੇ ਨੇ ਨਹੀਂ ਕਰਾਇਆ ਹੈਗਾ। ਸਿਰਫ ਅਤੇ ਸਿਰਫ ਪੈਰ ਪੈਰ 'ਤੇ ਰਾਜਨੀਤੀ ਹੋ ਰਹੀ ਹੈ। ਪੰਜਾਬ ਲਗਾਤਾਰ ਲੁੱਟਿਆ ਜਾ ਰਿਹਾ ਹੈ। ਇਹ ਮਾਮਲੇ ਦੇ ਵਿੱਚ ਸਰਕਾਰ ਨੂੰ ਯੋਗ ਕਾਰਵਾਈ ਕਰਨੀ ਚਾਹੀਦੀ ਹੈ। ਜੀ ਹਾਂ, ਬਿਲਕੁਲ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹਰ ਹਫ਼ਤੇ ਲਾਈਵ ਹੁੰਦੇ ਨੇ ਅਤੇ ਉਹ ਅਕਸਰ ਇੱਕ ਹੀ ਗੱਲ ਕਹਿੰਦੇ ਨੇ ਵੀ ਜਿਹੜਾ ਵੀ ਕੋਈ ਇਨਸਾਨ ਪੰਜਾਬ ਦੀ ਜਿਹੜੀ ਉਹਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ ਜਾਂ ਫਿਰ ਪੰਜਾਬ ਦੇ ਵਿੱਚ ਕੁਛ ਵੀ ਕਰਨ ਦੀ ਕੋਸ਼ਿਸ਼ ਕਰਦਾ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਤਾਂ ਕੈਪਟਨ ਸਾਹਿਬ, ਇਹ ਤੁਹਾਡੀ ਹੀ ਪਾਰਟੀ ਦਾ ਬੰਦਾ ਹੈ ਤਾਂ ਇਹ ਵੀ ਅਮਨ ਜਿਹੜਾ ਕਾਨੂੰਨ ਹੈ ਉਸ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ। ਆਸ ਕਰਾਂਗੇ ਕਿ ਤੁਸੀਂ ਇਸ 'ਤੇ ਸਖਤ ਤੋਂ ਸਖਤ ਕਾਰਵਾਈ ਕਰੋਗੇ, ਫਿਰ ਹੀ ਅਸੀਂ ਮੰਨਾਂਗੇ ਕਿ ਵਾਕਿਆ ਹੀ ਤੁਸੀਂ ਜਿਹੜੀ ਗੱਲ ਕਹਿੰਦੇ ਹੋ ਉਹ ਕਰਦੇ ਵੀ ਹੋ। ਇਹ ਕਾਲਰ ਨੇ ਜਿਹੜੇ ਸਾਡੇ ਨਾਲ ਜਾਂਦੇ ਜਾਂਦੇ ਜੁੜ ਗਏ ਨੇ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਮ, ਅਸੀਂ ਨਜਾਇਜ਼ ਮਾਈਨਿੰਗ ਦੀ ਗੱਲ ਕਰ ਰਹੇ ਸੀ ਜੀ, ਕਿ ਜੇ ਸਿੱਧੂ ਵਾਲੀ ਜਿਹੜੀ ਤੇਲੰਗਾਨਾ ਵਾਲੀ ਪਾਲਿਸੀ ਲਿਆਈ ਹੁੰਦੀ ਤੇ ਅੱਜ ਨਜਾਇਜ਼ ਮਾਈਨਿੰਗ ਕਿਉਂ ਹੁੰਦੀ ਜੀ। ਉਹ ਸਿੱਧੂ ਸਾਹਿਬ ਇਹ ਰੌਲਾ ਪਾਉਂਦੇ ਰਹੇ ਕਿ ਤੇਲੰਗਾਨਾ ਵਾਲੀ ਪਾਲਿਸੀ ਲਿਆਓ। ਇਹ ਕੈਪਟਨ ਸਾਹਿਬ ਨੂੰ ਜਵਾਬ ਦੇਣਾ ਚਾਹੀਦਾ ਕਿ ਕਿਉਂ ਨਹੀਂ ਲਿਆਂਦੀ ਤੁਸੀਂ ਉਹ ਪਾਲਿਸੀ। ਇਹ ਪਾਲਿਸੀ ਲਿਆਉਂਦੇ ਹੋਏ ਰਾਣੀ ਗੁਰਜੀਤ ਵਰਗੇ ਅੱਜ ਨਜਾਇਜ਼ ਮਾਈਨਿੰਗ ਨਾ ਕਰਦੇ ਜੀ, ਇਸੇ ਕਰਕੇ ਉਹਨਾਂ ਨੂੰ ਕੈਬਨਿਟ ਤੋਂ ਅਸਤੀਫਾ ਵੀ ਦੇਣਾ ਪਿਆ। ਬਿਲਕੁਲ। ਹਾਂਜੀ ਜੀ, ਧੰਨਵਾਦ ਢਿੱਲੋਂ ਸਾਹਿਬ ਜੀ, ਬਹੁਤ ਧੰਨਵਾਦ ਮੈਮ ਜੀ। ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਅਗਲੇ ਕਾਲਰ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਨਵਦੀਪ ਜੀ। ਜੀ ਸਤਿ ਸ਼੍ਰੀ ਅਕਾਲ। ਸਿਕੰਦਰ ਬੋਲਦਾ ਸੀ। ਦੇਖੋ ਢਿੱਲੋਂ ਸਾਹਿਬ, ਚਾਹੇ ਬਾਦਲ ਸਾਹਿਬ ਨੇ ਵਾਈਟ ਪੇਪਰ ਦੀ ਗੱਲ ਕਰੀ, ਚਾਹੇ ਕੈਪਟਨ ਸਾਹਿਬ ਨੇ ਗੁਟਕਾ ਫੜ ਲਿਆ, ਇਹਨਾਂ ਦਾ ਇੱਕੇ ਮਕਸਦ ਰਹਿ ਗਿਆ ਸਰਕਾਰ ਬਣਾਉਣਾ। ਉਹ ਕਿਵੇਂ ਬਣਾਵੇ, ਚਾਹੇ ਝੂਠ ਬੋਲਣਾ ਪਵੇ, ਚਾਹੇ ਸਹੁੰ ਖਾਣੀ ਪਵੇ, ਇੱਕ ਵਾਰੀ ਸਰਕਾਰ ਚ। ਹੁਣ ਪਿਛਲੇ 10 ਸਾਲ ਜਦੋਂ ਅਕਾਲੀਆਂ ਦਾ ਰਾਜ ਸੀਗਾ, ਜਿਹੜੀ ਮਾਈਨਿੰਗ ਮਾਫੀਆ ਸੀ, ਕੀ ਉਹਦੇ ਵਿੱਚ ਕਾਂਗਰਸ ਦੇ ਲੀਡਰਾਂ ਦਾ ਸਹਿਚਾਰ ਹੈ ਨਹੀਂ ਸੀ? ਉਹਨਾਂ ਦੇ ਹਿੱਸੇ ਨਹੀਂ ਸੀਗੇ? ਸਭ ਦੇ ਹਿੱਸੇ ਸੀ। ਹੁਣ ਕਾਲੀਆਂ ਦੇ ਹਿੱਸੇ ਨੇ ਜੀ। ਇਹ ਤਾਂ ਇੱਕ ਰੌਲਾ ਲੋਕਾਂ ਨੂੰ ਦਿਖਾਵੇ ਲਈ ਕਰ ਰਹੇ ਨੇ, ਹੋਰ ਇਸ ਤੋਂ ਬਾਅਦ ਕੁਝ ਨਹੀਂ ਹੈਗਾ ਜੀ। ਲੁੱਟ ਰਹੇ ਨੇ, ਇਕੱਠੇ ਹੋ ਗਏ ਸਾਂਝੀਆਂ। ਅਜਾ ਬੱਸਾਂ ਸੀਗੀਆਂ, ਸੁਖਬੀਰ ਬਾਦਲ ਨੇ ਛੋਟੇ ਛੋਟੇ ਬੱਸਾਂ ਵਾਲੇ ਸਾਰੇ ਖਤਮ ਕਰਤੇ। ਕਦੇ ਵੱਡੇ ਕਾਂਗਰਸ ਦੀ ਬੱਸ ਨੂੰ ਕਦੇ ਕਿਸੇ ਦਾ ਪਰਮਿਟ ਲਿਆ? ਉਵੇਂ ਚੱਲਦੀਆਂ ਸੀਗੀਆਂ, ਉਦੋਂ ਵੀ ਚੱਲਦੀਆਂ ਨੇ, ਅੱਜ ਵੀ ਚੱਲਦੀਆਂ ਨੇ। ਤੇ ਆ ਜਿਹੜਾ ਹੁਣ ਨਵਾਂ ਜੰਪਿਆ ਕਰਮਜੀਤ, ਇਹਦਾ ਜੀ ਜਦੇ ਜੇ ਇੱਕ ਬੰਦੇ ਨੂੰ ਸਹੀ ਤਰੀਕੇ ਨਾਲ ਸਜ਼ਾ ਮਿਲੀ ਹੋਵੇ ਨਾ, ਦੂਜੇ ਦੀ ਹਿੰਮਤ ਨਹੀਂ ਪੈਂਦੀ ਹੈਗੀ। ਇਹ ਤਾਂ ਅੱਜ ਕੱਲ੍ਹ ਲੀਡਰ ਬਣਦਾ ਇੱਕ ਵਧੀਆ ਢਕਵੰਜ ਲੱਭ ਗਿਆ, ਕੋਈ ਨਾ ਕੋਈ ਬਿੰਗੀ ਟਿੱਡੀ ਜੀ ਗੱਲ ਫੜ ਕੇ ਹਾਈਲਾਈਟ ਹੋ ਜਾਂਦੇ ਨੇ। ਇਹਦਾ ਜੇ ਜਦੇ ਖੁੰਭ ਟੱਪ ਦੇਣ ਜੀ ਫੜ ਕੇ, ਮੁੜ ਕੇ ਦੂਆ ਬੰਦੇ ਦੀ ਹਿੰਮਤ ਨਹੀਂ ਪੈਂਦੀ। ਗੱਲ ਤਾਂ ਹੈ ਕਿ ਸਹੀ ਟਾਈਮ ਸਹੀ ਸਜ਼ਾ ਦਿੰਦੇ ਨਹੀਂ ਜੀ, ਕਾਨੂੰਨ ਆਪਦਾ ਕੰਮ ਕਰਦਾ ਨਹੀਂ ਸਹੀ ਟਾਈਮ। ਇਸੇ ਕਰਕੇ ਆਈਆਂ ਗੱਲਾਂ ਉੱਡਦੀਆਂ ਨੇ, ਕਰਮਜੀਤ ਵਰਗੇ ਪੈਦਾ ਹੁੰਦੇ ਨੇ ਜੀ। ਧੰਨਵਾਦ ਜੀ ਸਿਕੰਦਰ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਤੇ ਇੱਕ ਲਾਸਟ ਕਾਲ ਰਹਿ ਗਈ, ਉਹਨਾਂ ਦਾ ਵੀ ਸਵਾਗਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਰਾਮ ਸ਼ਰਮਾ ਬੇਨਤੀ ਕਰ ਰਿਹਾ ਜੀ। ਜੀ ਸ਼ਰਮਾ ਜੀ, ਅੱਜ ਤੁਸੀਂ ਲੇਟ ਹੋ ਗਏ ਜੀ। ਹਾਂਜੀ ਲੇਟ ਹੋ ਗਏ, ਮੈਂ ਬਸ ਮੈਮਰੀ ਜੀ ਕੁਛ ਇਸ ਤਰ੍ਹਾਂ ਦਾ ਕੰਮ ਹੀ ਗਰੋਸਰੀ ਦੇ ਵਿੱਚ ਸੀ। ਅੱਛਾ, ਮੈਨੂੰ ਨਾ ਹੀ ਮੈਂ ਮੁੱਦਾ ਪੁੱਛਣਾ ਜੀ ਕੀ ਆ, ਪਰ ਮੈਂ ਇੱਕ ਸੰਤ ਜਰਨੈਲ ਸਿੰਘ ਦੇ ਨਾਂ ਦੇ ਉੱਤੇ ਸੁਣੀ ਆ ਤੇ ਉਹ ਜਗਦੀਪ ਟਾਈਟਲ ਵਗੈਰਾ ਉਹ ਸੁਣਿਆ। ਮੇਰਾ ਤੇ ਜਰਨੈਲ ਸਿੰਘ ਦੇ ਪਿੰਡ ਦਾ ਸਾਰਾ ਹੀ ਫਰਕ ਆ ਜਿਹੜਾ 5-6 ਕਿਲੋਮੀਟਰ ਦਾ, ਔਰ ਮੈਂ ਉਹਨਾਂ ਨੂੰ ਬੜਾ ਨੇੜਿਓਂ ਦੇਖਿਆ ਜਦੋਂ ਕਿ ਉਹ ਇੰਨੀ ਚੜਾਈ ਦੇ ਵਿੱਚ ਹੈ ਨਹੀਂ ਸੀ। ਧਾਰਮਿਕ ਗਿਆਨ ਉਹਨਾਂ ਪਿਓ ਪੁੱਤਾਂ ਨੂੰ ਦੋਨਾਂ ਨੂੰ ਜਿੰਨਾ ਕਹਿ ਲਓ, ਚਾਹੇ ਹਿੰਦੂ ਗਾਥਾ ਛੇੜ ਲਓ, ਚਾਹੇ ਸਿੱਖ ਗਾਥਾ ਇਤਿਹਾਸ ਛੇੜ ਲਓ, ਜਿਹੜਾ ਮਰਜ਼ੀ ਛੇੜ ਲਓ, ਉਹਨਾਂ ਜਿੰਨਾ ਧਨੀ ਕੋਈ ਮੈਂ ਅੱਜ ਤੱਕ ਗਿਆਨੀ ਦੇਖਿਆ ਨਹੀਂ। ਬਥੇਰੇ ਗਿਆਨੀ ਮੈਂ ਸੁਣਿਆ ਪ੍ਰਚਾਰ ਕਰਦੇ, ਪਰ ਇੱਕ ਗੱਲ ਸੀ ਕਿ ਉਹ ਭੋਲੇ ਬਹੁਤ ਸੀ। ਉਹ ਆਪਦੇ ਜਿਹੜੇ ਰਾਲੇ ਲੋਕ ਸੀ ਨਾ, ਉਹਨਾਂ ਤੇ ਵਿਸ਼ਵਾਸ ਕਰਦੇ ਸੀ। ਉਹ ਕੀ ਕਰਦੇ ਸੀ ਮੈਨੂੰ ਉਹ ਵੀ ਪਤਾ। ਉਹਨਾਂ 'ਚ ਬਹੁਤ ਲੋਕ ਇਹੋ ਜਿਹੇ ਸੀਗੇ ਵੀ ਜਦੋਂ ਆਥਣ ਨੂੰ ਸੂਰਜ ਛਿਪ ਜਾਂਦਾ ਸੀ ਨਾ, ਉਦੋਂ ਕਿਰਪਾਨ ਲਾ ਕੇ ਕਿੱਲੇ ਤੇ ਟੰਗ ਦਿੰਦੇ ਸੀ ਤੇ ਬੋਤਲ ਕੱਢ ਲੈਂਦੇ ਸੀ, ਕਹਿੰਦੇ ਸਵੇਰੇ ਫਿਰ ਨਹਾ ਕੇ ਪਾ ਲੈਣੀ ਆ। ਇਹੋ ਜਿਹੇ ਲੋਕ ਵੀ ਉਹਨਾਂ ਕੋਲੇ ਬਗੈਰ ਸਿਕਿਉਰਿਟੀ ਤੋਂ ਜਾਂਦੇ ਸੀ, ਉਹ ਲੋਕ ਸੀ ਉਹ। ਮੈਂ ਉਹਨਾਂ ਕੋਲੇ ਨਾਨਕ ਨਿਵਾਸ ਦੇ ਵਿੱਚ ਬਗੈਰ ਸਿਕਿਉਰਿਟੀ ਦੇ ਜੇਬ 'ਚ ਹੱਥ ਪਾਏ ਤੋਂ ਗਿਆ ਉਹਨਾਂ ਕੋਲੇ। ਬੜੇ ਅੱਛੇ ਬੰਦੇ ਸੀ, ਪਰ ਸਮਾਜ ਨੇ ਜਿਹੜਾ ਉਹਨਾਂ ਦੇ ਰਾਲੇ ਖਰਾਬ ਸਮਾਜ ਸੀਗਾ, ਉਹਨਾਂ ਨੇ ਉਹਨਾਂ ਨੂੰ ਬਦਨਾਮ ਕੀਤਾ। ਹਾਲਾਂਕਿ ਉਹ ਬੜੇ ਧਾਰਮਿਕ ਵਿਸ਼ੇ ਵਾਲੇ ਲੋਕ ਸੀਗੇ। ਤੇ ਇਹ ਕਹੂੰਗਾ ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ। ਬਹੁਤ ਸਾਰੇ ਕਾਲਰ ਨੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਰਾਬਤਾ ਸਾਡੇ ਨਾਲ ਬਣਾਇਆ ਤੇ ਆਪਣੀਆਂ ਜਿਹੜੀਆਂ ਵੀ ਖਬਰਾਂ ਸੀ ਇਸ ਪ੍ਰੋਗਰਾਮ ਦੇ ਵਿੱਚ ਲਈਆਂ, ਉਹਨਾਂ ਤੇ ਆਪਣਾ ਪੱਖ ਰੱਖਿਆ। ਸੋ ਸਮਾਂ ਸਾਨੂੰ ਜਿਹੜਾ ਹੋਰ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਸਮਾਂ ਸਾਡੇ ਕੋਲ ਬਿਲਕੁਲ ਹੀ ਖਤਮ ਹੋ ਚੁੱਕਿਆ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮਿਲਾਂਗੇ ਜੀ ਆਪਾਂ ਅਗਲੇ ਹਫਤੇ ਕੁਝ ਹੋਰ ਨਵੀਆਂ ਖਬਰਾਂ ਦੇ ਨਾਲ। ਤਦ ਤੱਕ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।